ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗਟ ਤੇ ਤੁਸੀਂ ਦੇਖ ਰਹੇ ਹੋ ਸਫਰ ਇੰਡੀਆ ਟੂ ਆਸਟ੍ਰੇਲੀਆ ਤੇ ਮੇਰੇ ਨਾਲ ਮੇਰੇ ਮਹਿਮਾਨ ਜੁੜ ਚੁੱਕੇ ਨੇ ਜੀ। ਆਓ ਕਰਦੇ ਹਾਂ ਉਨ੍ਹਾਂ ਦਾ ਸਵਾਗਤ। ਗਗਨਦੀਪ ਕੌਰ ਸਰਾਂ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ। ਕਿੱਦਾਂ ਰਿਹਾ ਜੀ ਤੁਹਾਡਾ ਸਫਰ ਆਪਣੀ ਮੈਂਗੋ ਹਿਲਸ ਤੋਂ ਆਉਣ ਲਈ? ਹਾਂਜੀ, ਕਾਫੀ ਜ਼ਿਆਦਾ ਟ੍ਰੈਫਿਕ ਸੀਗਾ ਰਸਤੇ 'ਚ, ਪਰ ਵਧੀਆ ਰਿਹਾ। ਐਕਸਾਈਟਿਡ ਸੀ ਤੁਹਾਨੂੰ ਮਿਲਣ ਦੇ ਲਈ। ਚਲੋ ਜੀ, ਪੰਜਾਬ ਤੋਂ ਕਿੱਥੋਂ ਦਾ ਸਫਰ ਹੈ ਤੁਹਾਡਾ? ਮੈਂ ਹਰਜਿੰਦ ਜੀ ਐਕਚੁਅਲੀ ਮੋਗੇ ਤੋਂ ਬਿਲੋਂਗ ਕਰਦੀ ਹਾਂ। ਅੱਛਾ ਜੀ, ਮੋਗੇ ਤੋਂ। ਹਾਂਜੀ, ਮਤਲਬ ਮੇਰੇ ਦਾਦਕੇ ਐਕਚੁਅਲੀ ਮਲਸੀਆਂ ਆ। ਅੱਛਾ, ਪਰ ਮੈਂ ਹਮੇਸ਼ਾ ਨਾਨਕੇ ਰਹੀ ਆ, ਜਿਹੜੇ ਕਿ ਚੂਚਕ ਵਿੰਡਾ ਸ਼ੂਸ਼ਕ ਵੀ ਕਹਿੰਦੇ ਆ। ਅੱਛਾ, ਪਰ ਮੰਮਾ ਪਾਪਾ ਐਕਚੁਅਲੀ ਮੋਗੇ ਰਹਿੰਦੇ ਆ। ਤੇ ਪੜ੍ਹਾਈ ਵਗੈਰਾ ਉੱਥੇ ਹੋਈ? ਫਿਰ ਪੜ੍ਹਾਈ ਮੇਰੀ, ਮੈਂ ਨਾਨਕੇ ਰਹੀ ਆ ਜਿੱਦਾਂ ਤੁਹਾਨੂੰ ਕਿਹਾ, ਤਾਂ ਪੜ੍ਹਾਈ ਮੇਰੀ ਜੀਰੇ ਹੋਈ ਆ। ਅੱਛਾ ਜੀ, ਫਿਰ ਉਸ ਤੋਂ ਬਾਅਦ 11ਵੀਂ 12ਵੀਂ ਮੈਂ ਲੁਧਿਆਣੇ ਤੋਂ ਕੀਤੀ ਆ। ਅੱਛਾ, ਤੇ ਫਿਰ ਗ੍ਰੈਜੂਏਸ਼ਨ ਮੈਂ ਜਲੰਧਰ ਤੋਂ ਕੀਤੀ ਆ। ਜੀ, ਇੰਡੀਆ ਤੋਂ ਆਸਟ੍ਰੇਲੀਆ ਆਉਣ ਦਾ ਕਿਸ ਤਰ੍ਹਾਂ ਸੋਚਿਆ ਕਿ ਵਿਆਹ ਕਰਾ ਕੇ ਆਏ ਹੋ? ਹਾਂਜੀ, ਇਹ ਮੈਨੂੰ ਖੁਸ਼ਕਿਸਮਤੀ ਦੇ ਨਾਲ ਕਹਿ ਸਕਦੇ ਆ ਆਪਾਂ। ਵਿਆਹ ਕਰਾ ਕੇ ਹਾਂਜੀ ਆਈ ਆ ਮੈਂ ਇੱਥੇ। ਓਕੇ ਓਕੇ, ਤੁਹਾਡੇ ਹਸਬੰਡ ਪਹਿਲਾਂ ਹੀ ਇੱਥੇ ਸੀਗੇ? ਹਾਂਜੀ, ਉਹ ਪਹਿਲਾਂ ਹੀ ਇੱਥੇ ਆਲਰੇਡੀ ਪਰਮਨੈਂਟ ਰੈਜ਼ੀਡੈਂਟ ਸੀਗੇ, ਲਾਈਕ ਸਿਟੀਜ਼ਨ ਸੀਗੇ। ਤਾਂ ਵਿਆਹ ਕਰਾਉਣ ਤੋਂ ਬਾਅਦ ਹਾਂਜੀ। ਕਿਹੜੇ ਸੰਨ ਦੇ ਵਿੱਚ ਐਂਟਰੀ ਕੀਤੀ ਆਸਟ੍ਰੇਲੀਆ 'ਚ? ਮੈਂ ਇੱਥੇ 2015 ਦੇ ਵਿੱਚ ਆਈ ਹਾਂ। ਅੱਛਾ, ਜ਼ਿਆਦਾ ਟਾਈਮ ਨਹੀਂ ਹੋਇਆ ਫਿਰ ਤਾਂ ਤੁਹਾਨੂੰ, ਹੈ ਨਾ? ਬਹੁਤ ਟਾਈਮ ਨਹੀਂ। ਫਿਰ ਕੁਈਨਜ਼ਲੈਂਡ ਬ੍ਰਿਸਬਨ ਦੇ ਵਿੱਚ ਹੀ ਰਹੇ ਸ਼ੁਰੂ ਤੋਂ? ਜੀ, ਬ੍ਰਿਸਬਨ ਜੀ। ਅੱਛਾ ਜੀ, ਤੇ ਇੱਥੇ ਹੁਣ ਕੀ ਕਰਦੇ ਹੋ ਤੁਸੀਂ? ਮੈਂ ਆ ਕੇ ਤਾਂ ਪਹਿਲਾਂ ਜੌਬਸ ਵੱਖਰੀਆਂ ਜਿੱਦਾਂ ਸਾਰੇ ਕਰਦੇ ਉਦਾਂ ਹੀ ਸਟਾਰਟ ਕੀਤੀਆਂ। ਮੈਂ ਫਿਊਲ ਸਟੇਸ਼ਨ ਤੇ ਕੰਮ ਕੀਤਾ, ਮੈਂ ਇੰਡੀਅਨ ਰੈਸਟੋਰੈਂਟ ਤੇ ਕੰਮ ਕੀਤਾ, ਫਿਰ ਕਲੀਨਿੰਗ ਦੀ ਜੌਬ ਵੀ ਕੀਤੀ ਮੈਰਿਟਨ ਹੋਟਲ 'ਚ। ਫਿਰ ਉਸ ਤੋਂ ਬਾਅਦ ਮੈਂ ਮੈਡੀਕਲ ਰਿਸੈਪਸ਼ਨਿਸਟ, ਮੈਨੂੰ ਐਡਮਿਨਿਸਟ੍ਰੇਸ਼ਨ ਦਾ ਕਾਫੀ ਇੰਟਰਸਟ ਜੀ, ਸ਼ੌਂਕ ਸੀਗਾ। ਤਾਂ ਉਹਦੇ 'ਚ ਜੌਬ ਮੈਂ ਫਿਰ 3-4 ਸਾਲ ਕੀਤੀ। ਫਿਰ ਉਸ ਤੋਂ ਬਾਅਦ ਮੈਂ ਪਿਛਲੇ 2 ਸਾਲ ਤੋਂ ਇਹਦੇ ਤੇ ਫੋਕਸ ਤਾਂ ਵਿਰਾਸਤ ਤੇ। ਓਕੇ, ਚਲੋ ਤੁਹਾਡੀ ਗੱਲ ਤੁਸੀਂ ਵਿਰਾਸਤ ਦੀ ਕੀਤੀ ਆ, ਉਸੇ ਦੀ ਗੱਲ ਕਰਾਂਗੇ। ਪਰ ਥੋੜਾ ਜਿਹਾ ਹੋਰ ਸਾਨੂੰ ਦਰਸ਼ਕਾਂ ਨੂੰ ਦੱਸੋ ਕਿ ਤੁਹਾਡੀ ਫੈਮਿਲੀ ਬਾਰੇ। ਕਿੰਨੇ ਬੱਚੇ ਆ ਤੁਹਾਡੇ ਕੋਲ? ਜੀ, 2 ਬੱਚੇ ਆ, ਬੇਟਾ ਤੇ ਬੇਟੀ। ਬੇਟੀ 5 ਸਾਲ ਦੇ ਆ ਤੇ ਬੇਟਾ 2 ਸਾਲ ਦਾ ਹੋਣ ਵਾਲਾ ਆ। ਓਕੇ ਜੀ, ਫਿਰ ਉਹਦੀ ਲੁੱਕ ਆਫਟਰ ਕੌਣ ਕਰਦਾ? ਤੁਸੀਂ ਕਰਦੇ ਹੋ? ਹਾਂਜੀ, ਮੈਂ ਤੇ ਡੇ ਕੇਅਰ ਵਾਲੇ। ਜੀ, ਤੁਹਾਡੇ ਹਸਬੰਡ ਕੀ ਕਰਦੇ ਨੇ? ਉਹ ਕੰਸਟਰਕਸ਼ਨ ਦਾ ਕੰਮ ਕਰਦੇ ਆ। ਉਹ ਨਹੀਂ ਆਏ ਅੱਜ ਤੁਹਾਡੇ ਨਾਲ? ਉਹ ਆਏ ਆ, ਬਟ I don't know, ਲੇਜ਼ੀ ਇਨਫ ਸੀਗੇ ਕਿ ਕਹਿੰਦੇ ਕਾਰ 'ਚ ਹੀ ਮੈਂ ਪੈਣਾ ਹੈ, ਰੈਸਟ ਕਰਨੀ ਹੈ। ਕਿ ਉਹਨਾਂ ਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਆ ਤੁਹਾਡੇ ਤੇ ਕਿ ਮੇਰੀ ਘਰ ਵਾਲੀ ਨੇ ਚੱਕ ਦੇਣੇ ਫੱਟੇ, ਕੋਈ ਚੱਕਰੇ ਨਹੀਂ ਆ? ਹਾਂਜੀ, ਪਤਾ ਨਹੀਂ, ਹਾਂਜੀ ਮੇ ਵੀ ਹੋ ਸਕਦਾ ਆ। ਅੱਛਾ, ਤੁਸੀਂ ਗੱਲ ਕੀਤੀ ਆ ਜੀ ਵਿਰਾਸਤ ਦੀ। ਜੀ, ਤੁਸੀਂ ਐਪ ਬਣਾਇਆ, ਆਡੀਓ ਜਿਹੜਾ ਐਪ ਹੈ ਉਹਨੂੰ ਬਣਾਇਆ ਤੁਸੀਂ। ਸਭ ਤੋਂ ਪਹਿਲਾਂ ਗਗਨ ਮੈਂ ਇਹ ਪੁੱਛਣਾ ਚਾਹਾਂਗੀ ਕਿ ਤੁਹਾਡੇ ਦਿਲ ਦੇ ਵਿੱਚ ਇਹ ਕਿਸ ਤਰ੍ਹਾਂ ਆਇਆ? ਕਿਉਂਕਿ ਇਹ ਬਹੁਤ ਹੀ ਹਟਮੀ ਸੋਚ ਹੈ, ਖਾਸ ਕਰਕੇ ਕੁੜੀਆਂ ਨੂੰ ਇਹ ਸੋਚਣਾ ਕਿ ਮੈਂ ਅਜਿਹਾ ਕੋਈ ਐਪ ਬਣਾਵਾਂ ਜਿਹਦੇ ਵਿੱਚ ਲੋਕ ਪੜ੍ਹਨ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ, ਕਿ ਸੁਣਿਆ ਜਾਵੇ ਉਸ ਚੀਜ਼ ਨੂੰ, ਹਨਾ? ਪਹਿਲਾਂ ਤਾਂ ਇਹ ਦੱਸੋ ਕਿ ਇਹ ਸੁਝਾਅ ਕਿਵੇਂ ਆਇਆ ਤੁਹਾਡੇ ਮਨ 'ਚ? ਮੈਂ ਹਰਜਿੰਦ ਜੀ, ਜਿਵੇਂ ਆਪਾਂ ਪੰਜਾਬ ਦੀਆਂ ਖਬਰਾਂ ਦੇਖਦੇ ਹਾਂ ਹਨਾ, ਕਿ ਮਤਲਬ ਬੁਰੀਆਂ ਦੀਆਂ ਖਬਰਾਂ ਜਿੰਨੀਆਂ ਵੀ ਆਉਂਦੀਆਂ ਪੰਜਾਬ ਵੱਲੋਂ, ਤਾਂ ਮੈਨੂੰ ਬਹੁਤ ਦੁੱਖ ਹੁੰਦਾ ਸੀ ਉਹਨਾਂ ਨੂੰ ਲੈ ਕੇ। ਸਪੈਸ਼ਲੀ ਜਿਵੇਂ ਕੋਈ ਟ੍ਰਿਕਸ ਵਾਲੀਆਂ ਵੀਡੀਓਜ਼ ਹੁੰਦੀਆਂ ਆ ਨਾ, ਜਿੱਦਾਂ ਕੋਈ ਵੀ ਕਿਤੇ ਸ਼ਾਪਿੰਗ ਸੈਂਟਰ ਜਾਂਦੇ ਆ, ਉਹਨਾਂ ਨੂੰ ਕੁਐਸਚਨ ਕਰਦੇ ਆ ਕਿ ਤੁਹਾਡੇ ਫੇਵਰੇਟ ਸਿੰਗਰ ਕਿਹੜੇ ਆ, ਤੇ ਆਪਾਂ ਮਤਲਬ ਕਿਸੇ ਵੀ ਸਿੰਗਰ ਦਾ ਨਾਮ ਲੈ ਦਿੰਦੇ ਆ, ਉਹਨਾਂ ਦਾ ਸੌਂਗ। ਓਕੇ, ਫਿਰ ਉਹਨਾਂ ਦਾ ਉਸ ਤੋਂ ਅਗਲਾ ਕੁਐਸਚਨ ਹੁੰਦਾ ਹੈ ਕਿ ਆਪਣੇ 10 ਗੁਰੂਆਂ ਦੇ ਨਾਮ ਦੱਸੋ। ਜੀ, ਤੇ ਉੱਥੇ ਤੁਸੀਂ ਬਿਲਕੁਲ ਕੁਆਇਟ ਹੋ ਜਾਂਦੇ ਆ, ਹਨਾ? ਤੁਹਾਨੂੰ ਸਮਝ ਹੀ ਨਹੀਂ ਆਉਂਦੀ ਕਿ ਕੀ ਹੋਇਆ। ਜੀ, ਤੇ ਮੈਨੂੰ ਬਹੁਤ ਦੁੱਖ ਹੁੰਦਾ ਸੀਗਾ ਕਿ ਆਪਾਂ ਅਵੇਅਰ ਕਿਉਂ ਨਹੀਂ ਹੈਗੇ, ਮਤਲਬ ਆਪਾਂ ਨੂੰ ਕਿਉਂ ਨਹੀਂ ਨੌਲੇਜ ਹੈਗੀ ਇਹਨਾਂ ਚੀਜ਼ਾਂ ਦੀ। ਜਾਂ ਰਾਸ਼ਟਰਪਤੀ ਦਾ ਨਾਮ ਪੁੱਛ ਲਓ, ਕੋਈ ਬਹੁਤ ਬੇਸਿਕ ਕੁਐਸਚਨਸ ਨਾ। ਤੇ ਮੈਨੂੰ ਹਮੇਸ਼ਾ ਏਦਾਂ ਲੱਗਦਾ ਸੀ ਕਿ ਆਪਾਂ ਪੰਜਾਬੀ ਬਹੁਤ ਅਣਖ ਵਾਲੇ ਤਾਂ ਹੁੰਨੇ ਆ, ਪਰ ਆਪਾਂ ਡਮ ਨਹੀਂ ਹੈਗੇ, ਹਨਾ? ਮਤਲਬ ਆਪਾਂ ਨੂੰ ਇੰਨੇ ਸਮਾਰਟ ਹੋਣੇ ਚਾਹੀਦੇ ਆ ਆਪਾਂ ਕਿ ਬੇਸਿਕ ਚੀਜ਼ਾਂ ਹੋਣ, ਜੇ ਕੋਈ ਪੁੱਛੇ ਤਾਂ ਦੱਸਣਯੋਗ ਹੋਈਏ, ਹਨਾ? ਆਪਾਂ ਨਾ ਸਿਰ ਨਾ ਝੁਕੇ ਤੇ ਜਾਂ ਮੂੰਹ ਨਾ ਪਾਸੇ ਕਰਨਾ ਪਵੇ। ਤੇ ਇਹਦੇ ਤੋਂ ਮੈਨੂੰ ਇਹ ਲੱਗਿਆ ਕਿ ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਸਿੱਖਿਆ ਜਿਹੜੀ ਹੈਗੀ ਆ ਉਹ ਮੁੱਢ ਆ ਇਹਨਾਂ ਚੀਜ਼ਾਂ ਦਾ, ਹਨਾ? ਬਹੁਤ ਜ਼ਰੂਰੀ ਹੈ ਜੀ। ਮਤਲਬ ਆਪਾਂ ਤਾਂ ਵੱਡੇ ਹੋ ਗਏ ਹੁਣ, ਪਰ ਆਪਾਂ ਆਪਦੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਕਿ ਉਹ ਨਾ ਐਵੇਂ ਦੀਆਂ ਚੀਜ਼ਾਂ ਫੇਸ ਕਰਨ। ਜੀ, ਤੇ ਫਿਰ ਮੈਨੂੰ ਸੀਗਾ ਕਿ ਮੈਂ ਸਕੂਲ ਤਾਂ ਨਹੀਂ ਖੋਲ ਸਕਦੀ ਬਹੁਤ ਸਾਰੇ, ਲਾਈਕ ਹਲੇ ਤਾਂ ਮੈਂ ਇੰਨੀ ਕੈਪੇਬਲ ਨਹੀਂ ਹੈਗੀ। ਤਾਂ ਮੈਨੂੰ ਸੀਗਾ ਕਿ ਕਿਸੇ ਤਰੀਕੇ ਨਾਲ ਕੁਛ ਇਨਫੋਰਮੇਸ਼ਨ ਪਹੁੰਚਦੀ ਕਰੀਏ, ਹਨਾ? ਤੇ ਮੈਂ ਬੁੱਕਸ ਦੀ ਬਹੁਤ ਸ਼ੌਕੀਨ ਆ, ਪੜ੍ਹਨ ਦੀ ਮੈਨੂੰ ਬਹੁਤ ਚੰਗਾ ਲੱਗਦਾ ਆ।
ਪਰ ਇੱਥੇ ਆ ਕੇ ਤੁਸੀਂ ਜੌਬ ਵੀ ਕਰਨੀ ਆ, ਬੱਚੇ ਵੀ ਸਾਂਭਣੇ, ਘਰ ਦੇ ਕੰਮ ਵੀ ਕਰਨੇ ਆ, ਤਾਂ ਇੰਨਾ ਟਾਈਮ ਨਹੀਂ ਮਿਲਦਾ ਕਿ ਕਿਤਾਬ ਨੂੰ ਖੋਲ ਕੇ ਬਹਿ ਕੇ ਪੜ੍ਹ ਸਕੋ ਤੁਸੀਂ। ਤਾਂ ਫਿਰ ਮੈਂ ਆਡੀਬਲ ਕਾਫੀ ਜ਼ਿਆਦਾ ਸੁਣਦੀ ਹੁੰਦੀ ਸੀ ਨਾ, ਤੇ ਮੈਨੂੰ ਲੱਗਿਆ ਕਿ ਮਤਲਬ ਮੈਂ ਪੰਜਾਬੀ ਦੀਆਂ ਕਿਤਾਬਾਂ ਵੀ ਸੁਣਨੀਆਂ ਆ, ਤੇ ਉਹ ਮੈਨੂੰ ਕੋਈ ਨਹੀਂ ਮਿਲੀ ਉਹਦੇ ਤੇ, ਕੁਝ ਵੀ ਨਹੀਂ। ਮੈਂ ਬਹੁਤ ਸਰਚ ਕੀਤਾ, ਰੀਸਰਚ ਕੀਤਾ, ਕੁਝ ਨਹੀਂ ਮਿਲਿਆ। ਫਿਰ ਮੈਨੂੰ ਲੱਗਿਆ ਕਿ ਸ਼ਾਇਦ ਇਹ ਕੰਮ ਮੇਰੇ ਜੁੰਮੇ ਹੀ ਆ, ਤਾਂ ਫਿਰ ਉਦੋਂ ਤੋਂ ਵਿਰਾਸਤ ਤੇ ਕੰਮ ਕਰਨਾ ਸ਼ੁਰੂ ਕੀਤਾ ਜੀ। ਜੀ ਕਦੋਂ ਆਇਆ ਸੀ ਮਨ ਦੇ ਵਿੱਚ ਸੁਝਾਅ? ਜਦੋਂ ਆਸਟ੍ਰੇਲੀਆ ਆਏ ਸੀ ਜਾਂ ਉਦੋਂ ਇੰਡੀਆ ਸੀਗੇ ਤੁਸੀਂ? ਨਹੀਂ, ਆਸਟ੍ਰੇਲੀਆ ਆ ਕੇ ਹੀ। ਮੈਂ ਐਕਚੁਅਲੀ ਮੈਟਰਨਿਟੀ ਲੀਵ ਤੇ ਸੀਗੀ, ਓਕੇ, ਤੇ ਰਿਕਵਰ ਹੋ ਰਹੀ ਸੀਗੀ, ਤੇ ਮੈਂ ਵਾਕ ਵਗੈਰਾ ਤੇ ਜਾਂਦੀ ਸੀ ਸ਼ਾਮ ਨੂੰ ਨਾ, ਜਿੱਦਾਂ ਹੈਡਫੋਨ ਲਾ ਕੇ ਕੋਈ ਬੁੱਕ ਸੁਣੀ ਚੱਲੋ ਤੇ ਨਾਲੇ ਵਾਕ ਕਰ ਲਓ ਰਿਲੈਕਸ ਹੋਣ ਲਈ ਨਾ। ਤੇ ਮੈਨੂੰ ਉਦੋਂ ਫੀਲ ਹੋਇਆ ਕਿ ਮੈਂ ਪੰਜਾਬੀ ਦੀ ਅੱਜ ਕਿਤਾਬ ਸੁਣਨੀ ਆ, ਮਤਲਬ ਇਨਫ ਬੋਲੋ ਵੀ ਅੰਗਰੇਜ਼ੀ, ਸੁਣੋ ਵੀ ਅੰਗਰੇਜ਼ੀ, ਤੇ ਕਿਤਾਬਾਂ ਵੀ, ਹਨਾ। ਤਾਂ ਮੈਨੂੰ ਸੀਗਾ ਕਿ ਕੁਝ ਪੰਜਾਬੀ ਦਾ ਸੁਣਦੀ ਆ ਮੈਂ, ਤੇ ਮੈਂ ਬਹੁਤ ਲੱਭਿਆ, ਮੈਨੂੰ ਨਹੀਂ ਲੱਭਿਆ। ਫਿਰ ਉਹ ਮੈਨੂੰ ਹਲੇ ਵੀ ਯਾਦ ਆ, ਉਹ ਵਾਕ ਕਰਦੇ ਤੋਂ ਮੇਰਾ ਜਿੰਨਾ ਹੀ ਡਿਸਟੈਂਸ ਘਰ ਤੱਕ ਸੀਗਾ, ਮੈਂ ਸਾਰੇ ਰਸਤੇ ਪਲਾਨ ਕਰਦੀ ਆਈ ਕਿ ਐਵੇਂ ਕਰਨਾ, ਏਦਾਂ ਕਰਨਾ, ਏਦਾਂ। ਤੇ ਆ ਕੇ ਮੈਂ ਹਸਬੈਂਡ ਨਾਲ ਗੱਲ ਕੀਤੀ, ਉਹਨਾਂ ਨੂੰ ਦੱਸਿਆ ਕਿ ਮੇਰੇ ਦਿਮਾਗ 'ਚ ਆਹ ਆਈਡੀਆ ਆਇਆ ਆ, ਆਪਾਂ ਤੁਸੀਂ ਕੀ ਸੋਚਦੇ ਆ? ਤਾਂ ਉਹ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੰਦੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਵਧੀਆ ਆ ਤਾਂ ਗੋ ਫॉर ਇਟ, ਹਨਾ। ਤੇ ਫਿਰ ਉਦੋਂ ਤੋਂ ਮੈਂ ਸਾਰੇ ਲਿਖ ਕੇ ਚੀਜ਼ਾਂ, ਫਿਗਰਸ ਨੂੰ, ਮਤਲਬ ਸਾਰੀਆਂ ਚੀਜ਼ਾਂ ਨੂੰ, ਕਿ ਆਪਾਂ ਕਿੰਨੇ ਲੋਕ ਆ, ਕਿੱਦਾਂ ਦੀਆਂ ਚੀਜ਼ਾਂ ਚਾਹੁੰਦੇ ਆ, ਕੀ ਮਿਸ ਹੋ ਰਿਹਾ ਆ, ਸਾਰਾ ਕੁਝ ਕੈਲਕੂਲੇਟ ਕਰਕੇ ਫਿਰ ਤਕਰੀਬਨ ਨਵੰਬਰ ਦੇ ਵਿੱਚ ਪਿਛਲੇ ਸਾਲ, ਉਸ ਤੋਂ ਪਿਛਲੇ ਸਾਲ, ਸੌਰੀ, ਹਾਂਜੀ, ਮਤਲਬ ਕਿਉਂਕਿ ਸਾਰਾ ਕੁਝ ਸੈਟਅਪ ਕਰਨਾ ਸੌਖਾ ਨਹੀਂ ਹੁੰਦਾ ਹੈ ਨਾ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਹੈ, ਕੱਲੀ ਚੀਜ਼ ਨੂੰ ਦੇਖਣਾ। ਫਿਰ ਉਹ ਤੋਂ ਬਾਅਦ ਤੁਸੀਂ ਇਹ ਵੀ ਪਲਾਨ ਆਊਟ ਕੀਤਾ ਹੋਣਾ ਕਿ ਕਿਹਦੀ ਵੌਇਸ ਲੈਣੀ ਆ, ਜੀ ਬਿਲਕੁਲ, ਕਿਸ ਤਰੀਕੇ ਦੀ ਵੌਇਸ ਹੋਣੀ ਚਾਹੀਦੀ ਹੈ, ਕਿਉਂਕਿ ਪੜ੍ਹਨ ਲਈ, ਪੰਜਾਬੀ ਪੜ੍ਹਨ ਲਈ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਡਾ ਇੱਕ ਲਗਾਅ ਵੀ ਹੋਣਾ ਚਾਹੀਦਾ ਹੈ ਨਾ, ਤੁਹਾਡੀ ਆਵਾਜ਼ ਦੇ ਵਿੱਚ ਉਹ ਜਾਦੂ ਹੋਣਾ ਚਾਹੀਦਾ ਕਿ ਦੂਜੇ ਬੰਦੇ ਦੇ ਜੋ ਸੁਣ ਰਿਹਾ ਉਹਦੇ ਤੇ ਅਸਰ ਵੀ ਕਰੇ, ਹਨਾ। ਫਿਰ ਬੁੱਕਸ ਦੀ ਸਿਲੈਕਸ਼ਨ ਕਿੱਦਾਂ ਕੀਤੀ ਤੁਸੀਂ, ਤੇ ਲੋਕਾਂ ਦੀ ਸਿਲੈਕਸ਼ਨ ਕਿੱਦਾਂ ਕੀਤੀ? ਹਰਜਿੰਦ ਜੀ, ਇਹ ਸੱਚੀ ਬਹੁਤ ਟਫ ਕੰਮ ਸੀਗਾ, ਮਤਲਬ ਸਟਿਲ ਇਹਦੇ 'ਚ ਸਟਰਗਲ ਕਰਦੇ ਹਾਂ। ਪਰ ਮੈਂ ਜਿੱਦਾਂ ਗੂਗਲ, ਕਾਫੀ ਹੈਲਪ ਮਿਲ ਜਾਂਦੀ ਗੂਗਲ ਤੋਂ, ਹਨਾ। ਕਿਤਾਬਾਂ ਦੇਖਣੀਆਂ ਸ਼ੁਰੂ ਕੀਤੀਆਂ, ਬੈਸਟ ਬੁੱਕਸ ਕਿਹੜੀਆਂ, ਉਹਨਾਂ ਦੇ ਨਾਮ ਲਿਖੇ। ਫਿਰ ਮੈਂ ਫੇਸਬੁੱਕ ਤੇ ਪੋਸਟ ਪਾ ਕੇ ਕਿ ਮੈਨੂੰ, ਮਤਲਬ ਨਰੇਟਰਸ ਵਾਲਾ ਪਹਿਲਾਂ ਤਾਂ ਗਰੁੱਪ ਸਰਚ ਕੀਤਾ, ਜਿੱਥੇ ਵੌਇਸ ਓਵਰ ਆਰਟਿਸਟ ਹੁੰਦੇ ਆ, ਉੱਥੇ ਪੰਜਾਬੀ ਦੇ ਪਾਏ ਕਿ ਪੰਜਾਬੀ 'ਚ ਚਾਹੀਦਾ ਆ। ਫਿਰ ਮੈਨੂੰ ਸੈਂਪਲਸ ਆਉਣੇ ਸ਼ੁਰੂ ਹੋਏ, ਉੱਥੋਂ ਨਰੇਟਰਸ ਚੂਜ਼ ਕਰਨੇ ਸ਼ੁਰੂ ਕੀਤੇ। ਫਿਰ ਨਾਲ ਦੀ ਨਾਲ ਮੈਂ ਕਿਤਾਬਾਂ ਵੀ ਥੋੜੀਆਂ ਬਹੁਤੀਆਂ ਪੜ੍ਹੀਆਂ ਸੀਗੀਆਂ, ਥੋੜੀਆਂ ਬਹੁਤੀਆਂ ਗੂਗਲ ਕਰਕੇ, ਬਾਕੀ ਜਿਹੜੇ ਆਸੇ-ਪਾਸੇ ਮੇਰੇ ਲੋਕ ਜਿਨ੍ਹਾਂ ਨੂੰ ਨੌਲੇਜ ਸੀਗੀ, ਉਹਨਾਂ ਦੀ ਹੈਲਪ ਲੈ ਕੇ ਲਿਖ ਕੇ ਸਾਰਾ ਕੰਮ ਕਰਨਾ ਸ਼ੁਰੂ ਕੀਤਾ। ਨਰੇਟਰ ਸਾਰੇ ਇੰਡੀਆ ਤੋਂ ਜਾਂ ਫਿਰ ਆਸਟ੍ਰੇਲੀਆ ਤੋਂ? ਇੰਡੀਆ ਤੋਂ, ਸਾਰੇ ਇੰਡੀਆ ਤੋਂ ਜੀ। ਮੈਨੂੰ ਲੱਗਦਾ ਕਿ ਬਾਹਰ ਆ ਕੇ ਆਪਣਾ ਐਕਸੈਂਟ ਥੋੜਾ ਖਰਾਬ ਜਿਹਾ ਹੋ ਜਾਂਦਾ ਆ, ਜਿੱਦਾਂ ਮੈਨੂੰ ਪਤਾ ਕਿ ਮੈਂ ਕਿਤਾਬ ਰਿਕਾਰਡ ਕਰਾਂ ਤਾਂ ਮੈਂ ਐਲੀਜੀਬਲ ਨਹੀਂ ਹੈਗੀ ਉਹਦੇ ਲਈ ਸ਼ਾਇਦ, ਹਨਾ। ਆਪਣੀ ਪੰਜਾਬੀ ਥੋੜੀ ਬਦਲ ਜਾਂਦੀ ਆ, ਤੇ ਉਹਦੇ 'ਚ ਤੁਹਾਨੂੰ ਪ੍ਰੋਪਰ ਹਾਵ ਭਾਵ ਤੇ ਫੀਲਿੰਗਸ ਚਾਹੀਦੀਆਂ ਆ। ਜੀ। ਤਾਂ ਸਾਰੇ ਨਰੇਟਰਸ, ਹਾਂਜੀ, ਬੇਸਿਕਲੀ ਪੰਜਾਬ ਤੋਂ ਹੀ ਆ ਜੀ। ਤੇ ਗਗਨ, ਕਿਉਂਕਿ ਆਪਾਂ ਸਾਰੇ ਸਟੂਡੈਂਟ ਹੁੰਦੇ ਆ, ਜਦੋਂ ਇੱਥੇ ਆਉਂਦੇ ਆ ਨਾ, ਆਪਣੇ ਘਰ ਪਰਿਵਾਰ ਚਲਾਉਣ ਲਈ ਸਾਰੇ ਮਿਹਨਤ ਕਰਦੇ ਨੇ, ਸੋ ਇਹਦੇ ਲਈ ਬਜਟ ਕਿਵੇਂ ਰੱਖਿਆ ਤੁਸੀਂ ਬਾਹਰ ਅਲੱਗ ਤੋਂ ਕਿ ਹਾਂ ਮੈਂ ਆਹ ਚੀਜ਼ ਕਰਨੀ ਆ? ਕਿਸ ਤਰੀਕੇ ਨਾਲ ਕੀਤਾ ਮੈਨੇਜ ਫਿਰ? ਟੂ ਬੀ ਓਨੈਸਟ ਹਰਜਨ ਜੀ, ਇਹਦਾ ਕੋਈ ਅਲੱਗ ਤੋਂ ਬਜਟ ਨਹੀਂ ਰੱਖ ਸਕੇ, ਕਿਉਂਕਿ ਇਹ ਨੀਅਰਲੀ $2 ਲੱਖ ਦਾ ਖਰਚਾ ਹੋ ਚੁੱਕਿਆ ਆ, ਨੀਅਰਲੀ ਪਹੁੰਚਣ ਵਾਲਾ ਆ। ਤੇ 2 ਲੱਖ ਤਾਂ ਆਪਾਂ ਸੇਵ ਕਰਕੇ ਨਹੀਂ ਰੱਖ ਸਕਦੇ। ਤੇ 2 ਸਾਲ ਹੋ ਗਏ ਆ ਮੈਂ ਜੌਬ ਵੀ ਨਹੀਂ ਕਰ ਰਹੀ, ਹਸਬੈਂਡ ਕਰ ਰਿਹਾ, ਤਾਂ ਥੋੜੇ ਬਹੁਤੇ ਫੜਾ ਕੇ ਜਾਂ ਜਿਹੜੀ ਥੋੜੀ ਬਹੁਤੀ ਸੇਵਿੰਗ ਸੀਗੀ ਉਹਨਾਂ ਨਾਲ ਹੀ ਕੰਮ ਕਰ ਰਹੇ ਆਪਾਂ। ਗਗਨ, ਇਹ ਪੈਸ਼ਨ ਕਿੱਥੋਂ ਆਇਆ ਤੁਹਾਡੇ ਦਿਮਾਗ ਦੇ ਵਿੱਚ? ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਕੋਈ ਨਹੀਂ ਸੋਚਦਾ ਇਸ ਤਰੀਕੇ ਨਾਲ, ਹਨਾ। ਦਿਮਾਗ ਦੇ ਵਿੱਚ ਤੁਸੀਂ ਇੰਨੇ ਸਟਰੋਂਗ ਹੋਣੇ ਚਾਹੀਦੇ ਹੋ, ਜੇ ਤੁਸੀਂ ਆਪਣਾ ਇਹ ਪੈਸ਼ਨ ਨੂੰ ਸੋਚਿਆ ਹੋਇਆ, ਉਸ ਮੁਕਾਮ ਤੇ ਲਿਜਾਣ ਲਈ ਤੁਹਾਨੂੰ ਬਹੁਤ ਕੁਝ ਮਿਹਨਤ ਕਰਨੀ ਪੈਂਦੀ ਹੈ, ਸੋਚਣਾ ਪੈਂਦਾ, ਕਿਉਂਕਿ ਤੁਹਾਡਾ ਪਰਿਵਾਰ ਵੀ ਹੈ, ਤੁਸੀਂ ਦੱਸਿਆ, ਨਾਲ ਦੀ ਨਾਲ ਤੁਸੀਂ ਜੌਬਸ ਵੀ ਕੀਤੀਆਂ। ਤੇ ਉਸ ਤੋਂ ਬਾਅਦ ਜਿਹੜੀ ਇਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਈ? ਹਰਜਨ ਜੀ, ਮੈਂ ਐਕਚੁਅਲੀ ਬਹੁਤ ਪੈਸ਼ਨੇਟ ਪਰਸਨ ਆ ਐਜ਼ ਐਨ ਇੰਡੀਵਿਜੂਅਲ, ਵੈਸੇ ਹੀ, ਹਨਾ। ਮਤਲਬ ਕਿਸੇ ਵੀ ਕੈਟਾਗਰੀ 'ਚ ਜਾਂ ਕਿਸੇ ਵੀ ਕੰਮ ਦੇ ਵਿੱਚ ਜੋ ਵੀ ਕਰਨਾ ਚਾਹੁੰਦੀ ਹਾਂ, ਬਹੁਤ ਦਿਲ ਤੋਂ ਕਰਨਾ ਚਾਹੁੰਦੀ ਹਾਂ। ਤੇ ਮੈਂ ਇੱਕ ਇੰਟੈਲੀਜੈਂਟ ਸਟੂਡੈਂਟ ਸੀ, ਕਹਿ ਸਕਦੇ ਹਾਂ, ਮਤਲਬ 90% ਨੰਬਰ ਅਬਵ ਆਉਂਦੇ ਹੁੰਦੇ ਸੀ ਮੇਰੇ ਹਮੇਸ਼ਾ। ਤਾਂ ਉਹ ਕਿਤਾਬਾਂ ਦੀ ਵੈਲਿਊ ਦਾ ਵੀ ਮੈਨੂੰ ਪਤਾ ਸੀਗਾ, ਤੇ ਥੋੜੀ ਬਹੁਤੀ ਨੌਲੇਜ ਸੀਗੀ, ਹਨਾ। ਤੇ
ਮੈਂ ਆਪਣੇ ਤੌਰ ਤੇ ਸਿਰਫ ਆਪਣੇ ਖੁਦ ਦੇ ਇੰਡੀਵਿਜੂਅਲੀ ਤੌਰ ਤੇ ਪੰਜਾਬ ਨੂੰ ਬਦਲਣਾ ਚਾਹੁੰਦੀ ਆ ਕਿ ਜਿੰਨੀਆਂ ਵੀ ਚੰਗੀਆਂ ਚੀਜ਼ਾਂ ਕਰ ਸਕਦੇ ਆ ਨਾ, ਮਤਲਬ ਜਿੱਦਾਂ ਕਹਿੰਦੇ ਨਾ ਹਿੱਕ ਦੇ ਜ਼ੋਰ ਤੇ ਕਿ ਤੁਸੀਂ ਕੀ ਕਰਨਾ ਹੈ, ਤਾਂ ਮੈਨੂੰ ਆ ਕਿ ਮੇਰੇ 'ਚ ਜਿੰਨਾ ਜ਼ੋਰ ਆ, ਮੇਰੇ 'ਚ ਜਿੰਨੀ ਕੈਪੇਬਿਲਿਟੀ ਆ, ਮੈਂ ਪੰਜਾਬ ਨੂੰ ਬਦਲਣਾ ਚਾਹੁੰਦੀ ਆ ਜਿੰਨਾ ਮੈਂ ਕਰ ਸਕਦੀ। ਕਦੇ ਨੈਗੇਟਿਵ ਪੱਖ ਤਾਂ ਨਹੀਂ ਸੀ ਆਇਆ ਕਿ ਯਾਰ ਜੇ ਮੈਂ ਬਣਾ ਲੀਆਂ ਆਡੀਬਲ ਇੱਕ ਸਾਰੀ ਬਣਾ ਲਈ, ਬੁੱਕਸ ਬਣਾ ਲਈ, ਕੋਈ ਸੁਣੂਗਾ ਜਾਂ ਨਹੀਂ ਸੁਣੂਗਾ, ਕਿ ਲੋਕਾਂ ਕੋਲ ਇੰਨਾ ਟਾਈਮ ਹੋਊਗਾ ਸੁਣਨ ਦਾ, ਕੁਝ ਇਦਾਂ ਦਾ ਦਿਮਾਗ ਦੇ ਵਿੱਚ ਆਇਆ ਸੀ ਹਰਜਿੰਦ ਜੀ? ਕਿਉਂਕਿ ਆਪਣੇ ਲੋਕ ਕਿਤਾਬਾਂ ਦੇ ਬਹੁਤ ਜ਼ਿਆਦਾ ਸ਼ੌਕੀਨ ਨਹੀਂ ਹੈਗੇ, ਸਪੈਸ਼ਲੀ ਆਪਣੀ ਨੌਜਵਾਨ ਪੀੜ੍ਹੀ, ਤਾਂ ਉਹਨਾਂ ਨੂੰ ਉੱਚੀ ਮਿਊਜ਼ਿਕ ਲਾ ਕੇ ਗਾਣੇ ਸੁਣਨੇ ਪਸੰਦ ਆ। ਪਰ ਜਿੰਨਾ ਪੋਜ਼ਿਟਿਵ ਫੀਲਿੰਗ ਸੀ, ਜਿੰਨਾ ਕੁਝ ਕਰਨ ਦੀ ਇੱਛਾ ਸੀ ਮੇਰੇ ਮਨ 'ਚ, ਉਹਨੇ ਥੋੜੇ ਬਹੁਤੇ ਨੈਗੇਟਿਵ ਨੂੰ ਹਮੇਸ਼ਾ ਹੀ ਦਬਾ ਕੇ ਰੱਖਿਆ ਆ। ਤੇ ਆਈ ਥਿੰਕ ਇਹੀ ਆਪਾਂ ਬਦਲਾਵ ਲਿਆਉਣਾ ਆ ਕਿ ਲੋਕ ਨਹੀਂ ਸੁਣਦੇ, ਹਨਾ, ਤੇ ਜੇ ਆਪਾਂ ਕਹਿ ਦਾਂਗੇ ਉਹਨਾਂ ਨੇ ਸੁਣਨਾ ਹੀ ਨਹੀਂ, ਬਣਾਉਣ ਦੀ ਲੋੜ ਨਹੀਂ ਹੈਗੀ, ਤਾਂ ਆਈ ਥਿੰਕ ਉੱਥੇ ਗਲਤ ਆ। ਮਤਲਬ ਉਹੀ ਚੀਜ਼ ਆਪਾਂ ਉਹਨਾਂ ਨੂੰ ਕਰਨ ਲਾਉਣੀ ਆ, ਹਿੰਮਤ ਛੱਡਣ ਦੀ ਬਜਾਏ ਹਿੰਮਤ ਰੱਖ ਕੇ ਉਹਨਾਂ ਨੂੰ ਦੱਸਣਾ ਹੈ ਕਿ ਕੁਝ ਚੰਗੀ ਚੀਜ਼ ਆ, ਸ਼ਾਇਦ ਥੋੜਾ ਬਹੁਤਾ ਧਿਆਨ ਦਿਓ, ਆਪਣੇ ਕੰਮ ਆਊਗੀ ਜੀ। ਕਿ ਜਿੱਥੇ ਪੰਜਾਬ ਦੇ ਵਿੱਚ ਜਾਂ ਪੰਜਾਬੀਅਤ ਦੇ ਵਿੱਚ ਚੱਕਵੇਂ ਜਿਹੇ ਲੋਕ ਨੇ ਜਿਹੜੇ ਮਿਊਜ਼ਿਕ ਦੇ ਉੱਤੇ ਨੱਚਣਾ ਟੱਪਣਾ ਪਸੰਦ ਕਰਦੇ ਨੇ, ਤੇ ਕੁਝ ਸੰਜੀਦਾ ਲੋਕ ਵੀ ਨੇ ਜੀ, ਜਿਹੜੇ ਚੰਗੇ ਵਿਸ਼ਿਆਂ ਨੂੰ ਸੋਚਣਾ ਜਾਂ ਸੁਣਨਾ ਪਸੰਦ ਕਰਦੇ ਨੇ ਨਾ, ਤੇ ਉਹਨਾਂ ਲੋਕਾਂ ਨੇ ਤੁਹਾਡੀ ਬਿਲਕੁਲ ਹੈਲਪ ਵੀ ਕੀਤੀ ਹੋਏਗੀ ਤੇ ਤੁਹਾਨੂੰ ਗਾਈਡੈਂਸ ਵੀ ਦਿੱਤੀ ਹੋਏਗੀ, ਹਨਾ। ਸੋ ਹੁਣ ਮੈਨੂੰ ਇਹ ਦੱਸੋ ਕਿ ਕਿੰਨੀਆਂ ਬੁੱਕਸ ਤੁਹਾਡੀਆਂ ਆਡੀਬਲ ਹੋ ਚੁੱਕੀਆਂ ਨੇ? ਹਰਜਿੰਦ ਜੀ, ਆਪਣੀਆਂ ਤਕਰੀਬਨ 315 ਦੇ ਨੇੜੇ ਤੇੜੇ ਬੁੱਕਸ ਹੋ ਗਈਆਂ ਆ, ਤੇ ਬਹੁਤ ਸਾਰੀਆਂ ਬੁੱਕਸ ਲਾਈਨ ਦੇ ਵਿੱਚ ਆ, ਜਿੱਦਾਂ ਬਹੁਤ ਪਪੂਲਰ ਬੁੱਕਸ। ਆਪਣੀ ਕੋਸ਼ਿਸ਼ ਆ ਪਹਿਲਾਂ ਕਿ ਜਿੰਨੀਆਂ ਵੀ ਵੈਲ ਨੋਨ ਬੈਸਟ ਬੁੱਕਸ ਹੈਗੀਆਂ ਆ ਉਹ ਕੀਤੀਆਂ ਜਾਣ, ਜਿੱਦਾਂ ਅਸਲ ਇਨਸਾਨ ਦੀ ਕਹਾਣੀ, ਬਹੁਤ ਸੋਹਣੀ ਬੁੱਕ ਆ, ਮੇਰਾ ਦਾਗਿਸਤਾਨ, ਇੱਦਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹੋਰ ਵੀ ਆ ਰਹੀਆਂ ਆ, ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ, ਤੇ ਬਾਕੀ ਹੁਣ ਦੇ ਜਿਹੜੇ ਰਾਈਟਰਸ ਬਹੁਤ ਅਮੁੱਲੇ ਰਾਈਟਰਸ ਆ, ਉਹਨਾਂ ਨਾਲ ਗੱਲ ਚੱਲ ਰਹੀ ਆ, ਤੇ ਉਹ ਵੀ ਕਿਤਾਬਾਂ ਕਰ ਰਹੇ ਆਪਾਂ ਨਾਲ ਨਾਲ। ਤੇ ਐਪ ਪੂਰੀ ਤਰ੍ਹਾਂ ਤੁਹਾਡਾ ਹੋ ਚੁੱਕਿਆ, ਫਿਕਸ ਹੋ ਚੁੱਕਿਆ ਐਪ ਨੂੰ? ਤੁਸੀਂ ਜਿੱਦਾਂ ਸਾਡੇ ਦਰਸ਼ਕਾਂ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਹੋ ਐਪ ਬਾਰੇ? ਜੀ, ਐਪ ਦੇ ਵਿੱਚ ਵੈਸੇ ਤਾਂ ਬਹੁਤ ਆਪਾਂ ਯੂਜ਼ਰ ਫ੍ਰੈਂਡਲੀ ਰੱਖੀ ਆ, ਤੁਹਾਨੂੰ ਯੂਜ਼ ਕਰਨੀ ਬਹੁਤ ਸੌਖੀ ਆ। ਤੁਸੀਂ ਉਹਨੂੰ ਐਪ ਸਟੋਰ ਤੋਂ ਡਾਊਨਲੋਡ ਕਰਕੇ ਰਜਿਸਟਰ ਕਰਕੇ ਯੂਜ਼ ਕਰ ਸਕਦੇ ਹੋ। ਉਹਦੇ ਤੇ ਫਿਰ ਜਿਹੜੀ ਤੁਸੀਂ ਬੁੱਕ, ਮੰਨ ਲਓ ਤੁਸੀਂ ਅੱਜ ਕੋਈ ਕਿਤਾਬ ਸੁਣ ਰਹੇ ਹੋ, ਹਨਾ, ਉਹ ਚੈਪਟਰ ਵਾਈਜ਼ ਦਿੱਤੀ ਹੋਊਗੀ ਤੁਹਾਨੂੰ, ਤੇ ਤੁਸੀਂ ਆਪਾਂ ਆਫ ਕੋਰਸ ਇੱਕ ਦਿਨ 'ਚ ਇੱਕ ਬੁੱਕ ਨਹੀਂ ਫਿਨਿਸ਼ ਕਰ ਸਕਦੇ ਨਾ, ਤੇ ਉਹ ਤੁਸੀਂ ਕੱਲ ਨੂੰ ਸੁਣਨੀ ਚਾਹੁੰਦੇ ਆ, ਪਰਸੋਂ, ਤਾਂ ਉਹਦੇ ਤੇ ਹਿਸਟਰੀ ਦਾ ਟੈਬ ਹੈਗਾ ਆ, ਤੁਸੀਂ ਉੱਤੇ ਜਾ ਕੇ ਬੁੱਕ ਨੂੰ ਜਿੱਥੇ ਛੱਡੀ ਸੀ ਉੱਥੋਂ ਹੀ ਪਲੇ ਕਰ ਸਕਦੇ ਹੋ, ਤੇ ਫਿਰ ਬੁੱਕਸ ਨੂੰ ਸ਼ੇਅਰ ਕਰ ਸਕਦੇ ਹੋ। ਤੁਸੀਂ ਜਿਹੜੀ ਬੁੱਕ ਸੁਣੀ ਤੁਹਾਨੂੰ ਕਿੱਦਾਂ ਦੀ ਲੱਗੀ, ਉਹਦੇ ਤੇ ਤੁਸੀਂ ਫੀਡਬੈਕ ਦੇ ਸਕਦੇ ਹੋ, ਤਾਂ ਕਿ ਜੇ ਹੋਰ ਕਿਸੇ ਬੰਦੇ ਨੇ ਸੁਣਨੀ ਆ ਉਹਨੂੰ ਆਈਡੀਆ ਹੋ ਜਾਊਗਾ ਕਿ ਆ ਬੁੱਕ ਸੁਣਨੀ ਆ ਉਹਨੇ ਜਾਂ ਨਹੀਂ ਸੁਣਨੀ, ਹਨਾ। ਤੇ ਇਦਾਂ ਦੇ ਕਾਫੀ ਛੋਟੇ ਛੋਟੇ ਫੀਚਰਸ ਹੈਗੇ ਆ। ਤੁਸੀਂ ਨੋਟਸ ਵੀ ਲੈ ਸਕਦੇ ਹੋ, ਜਿੱਦਾਂ ਆਪਾਂ ਕਾਪੀ ਪੈਨ ਤੇ ਲੈਂਦੇ ਸੀ ਉਵੇਂ ਤੁਸੀਂ ਫੋਨ ਤੇ ਨੋਟਸ ਲੈ ਸਕਦੇ ਹੋ। ਤੇ ਐਪ ਨੂੰ ਸਬਸਕ੍ਰਾਈਬ ਕਰਨ ਦਾ ਜਾਂ ਐਪ ਨੂੰ ਖੋਲਣ ਦਾ ਕੀ ਪ੍ਰੋਸੀਜਰ ਹੈ? ਕੋਈ ਫੀਸ ਵਗੈਰਾ? ਜੀ, ਐਪ ਦੇ ਵਿੱਚ ਆਪਾਂ ਫ੍ਰੀ ਬੁੱਕਸ ਵੀ ਦਿੱਤੀਆਂ ਹੋਈਆਂ ਆ, ਤਾਂ ਕਿ ਜਦੋਂ ਤੁਸੀਂ ਸੁਣੋ ਤਾਂ ਤੁਹਾਨੂੰ ਕੁਆਲਿਟੀ ਪਤਾ ਚੱਲ ਜਾਏ ਕਿ ਤੁਸੀਂ ਜਿਹੜੇ $5 ਜਾਂ ਜਿਹੜੀ ਵੀ ਕੰਟਰੀ ਦੇ ਹਿਸਾਬ ਨਾਲ ਪੈਸੇ ਆ ਲਾਉਣੇ ਆ ਜਾਂ ਨਹੀਂ, ਤੇ ਉਹਦੇ ਤੋਂ ਤੁਹਾਨੂੰ ਕੁਆਲਿਟੀ ਦਾ ਆਈਡੀਆ ਹੋ ਜਾਊਗਾ। ਫਿਰ ਜੇ ਤੁਸੀਂ ਲੈਣਾ ਚਾਹੁੰਦੇ ਆ, ਜਿੱਦਾਂ ਆਸਟ੍ਰੇਲੀਆ ਦੇ ਵਿੱਚ $4.99 ਦੇ ਵਿੱਚ ਆਪਾਂ ਅਨਲਿਮਿਟਿਡ ਬੁੱਕਸ ਦਿੰਦੇ ਆ 1 ਮਹੀਨੇ ਦੇ ਲਈ। ਜੀ ਜੀ ਗਗਨ ਜੀ, ਫਿਰ ਤੁਹਾਡੀ ਮੈਂਬਰਸ਼ਿਪ ਤੁਸੀਂ ਰੱਖੀ ਹੋਈ ਹੈ ਐਪ ਦੇ ਵਿੱਚ, ਜੇ ਕਿਸੇ ਨੇ ਸਾਲ ਭਰ ਦੀ ਜਾਂ ਉਮਰ ਭਰ ਦੀ ਮੈਂਬਰਸ਼ਿਪ ਲੈਣੀ ਆ? ਜੀ, ਉਮਰ ਭਰ ਦੀ ਤਾਂ ਹਰਜਿੰਦ ਜੀ ਰੱਖੀ ਨਹੀਂ ਹਲੇ, ਪਤਾ ਨਹੀਂ ਆਪਣੇ ਕਿ ਮਤਲਬ ਉਮਰ ਭਰ ਦਾ ਕਿੱਦਾਂ ਆ ਪਲਾਨ ਹਲੇ, ਬਟ ਜਿੱਦਾਂ ਮਹੀਨੇ ਦੀ ਹੈਗੀ ਆ ਤੁਹਾਡੀ, ਤੁਸੀਂ ਮੰਥ ਬਾਏ ਮੰਥ ਪੇ ਕਰ ਸਕਦੇ ਹੋ, ਜਾਂ ਤੁਸੀਂ ਸਾਲ ਦੀ ਇਕੱਠੀ ਲੈ ਸਕਦੇ ਹੋ, ਉਹਦੇ ਨਾਲ ਤੁਹਾਨੂੰ ਕੁਝ ਪਰਸੈਂਟੇਜ ਆਫ ਹੋ ਜਾਂਦੀ ਆ। ਜੀ, ਜਿੱਦਾਂ ਸਾਲ ਦੀ ਲੈਣੇ ਆ ਤਾਂ $10 ਜਾਂ $15 ਆਫ ਹੁੰਦੇ ਆ ਉਹਦੇ। ਜੇ ਇਹਦੇ ਵਿੱਚ ਬੁੱਕ ਸਿਲੈਕਸ਼ਨਸ ਵੀ ਆ ਵੀ ਕਿ ਜਿਨ੍ਹਾਂ ਨੇ ਮੈਂਬਰਸ਼ਿਪ ਲੈਣੀ ਸਿਰਫ ਇੰਨੀਆਂ ਕਿ ਬੁੱਕਸ ਪੜ੍ਹ ਸਕਦੇ ਨੇ, ਜਾਂ ਫਿਰ ਜਿਹਨੇ ਅਨਲਿਮਿਟਿਡ? ਓਕੇ, ਅਨਲਿਮਿਟਿਡ ਬੁੱਕਸ ਪੜ੍ਹ ਸਕਦੇ ਨੇ ਜਿਨ੍ਹਾਂ ਨੇ ਮੈਂਬਰਸ਼ਿਪ ਲੈਣੀ ਆ। ਜਿਨ੍ਹਾਂ ਨੇ ਇੱਕ ਦੋ ਜਿੱਦਾਂ ਕਿਤਾਬਾਂ ਪੜ੍ਹਨੀਆਂ ਨੇ, ਉਹਦਾ ਕੀ ਪ੍ਰੋਸੀਜਰ ਆ ਜੀ? ਹਾਂਜੀ, ਉਹ ਮੰਥਲੀ ਸਬਸਕ੍ਰਿਪਸ਼ਨ ਹੀ ਯੂਜ਼ ਕਰ ਸਕਦੇ ਆ, ਕਿਉਂਕਿ ਆਪਾਂ ਇਹਦੇ ਤੇ ਵੀ ਡਿਸਕਸ ਕੀਤਾ ਸੀਗਾ ਕਿ ਆਪਾਂ ਇੱਕ ਦੋ ਬੁੱਕ ਦੇ ਪ੍ਰਾਈਸ ਰੱਖ ਦਈਏ, ਪਰ ਜਿੱਦਾਂ ਮੇਬੀ ਤੁਸੀਂ ਇੱਕ ਬੁੱਕ ਦਾ $1 ਪੇ ਕੀਤਾ, ਹਨਾ, ਪਰ ਫਿਰ ਤੁਹਾਨੂੰ ਉਹ ਬੁੱਕ ਪਸੰਦ ਨਹੀਂ ਆਈ, ਤਾਂ
ਤੁਹਾਨੂੰ ਲੱਗੂ ਤੁਹਾਡਾ $1 ਵੇਸਟ ਹੋ ਗਿਆ, ਤਾਂ ਇੱਕ ਹੋਰ ਮਤਲਬ ਬੁੱਕ ਨੂੰ ਤਾਂ ਸੁਣ ਕੇ ਥੋੜਾ ਜਿਹਾ ਆਈਡੀਆ ਹੋਊਗਾ ਕਿੱਦਾਂ ਦੀ ਹੈ ਨਾ, ਤਾਂ ਕਰਕੇ ਆਪਾਂ ਅਨਲਿਮਿਟਿਡ ਹੀ ਕੀਤੀਆਂ ਹੈ ਕਿ ਜਿਹੜੀ ਮਰਜ਼ੀ ਸੁਣੋ, ਜਿਹੜੀ ਮਰਜ਼ੀ ਦੇਖੋ, ਹਨਾ ਤੁਹਾਨੂੰ ਜੀ ਲਾਈਕ ਕਿੰਨਾ ਟਾਈਮ ਹੋ ਗਿਆ ਐਪ ਰੈਡੀ ਕੀਤੇ ਨੂੰ ਗਗਨ? ਹਾਂਜੀ, ਐਪ ਐਕਚੁਅਲੀ ਮੇਰੇ ਬੇਟੇ ਦੇ ਬਰਥਡੇ ਵਾਲੇ ਦਿਨ ਹੀ ਐਪ ਲਾਂਚ ਕੀਤੀ ਸੀ ਆਪਾਂ ਲਾਸਟ ਈਅਰ 9th ਨਵੰਬਰ ਨੂੰ। ਓਕੇ ਜੀ। ਤੇ ਹੁਣ ਕਿਹੋ ਜਿਹਾ ਰਿਸਪੌਂਸ ਆ, ਕਿਵੇਂ ਲੱਗ ਰਿਹਾ ਕਿ ਦਰਸ਼ਕ ਜੁੜ ਰਹੇ ਨੇ, ਤੁਹਾਨੂੰ ਰਿਸਪੌਂਸ ਕਰ ਰਹੇ ਨੇ? ਜੀ ਰਿਸਪੌਂਸ ਕਾਫੀ ਜ਼ਿਆਦਾ ਅੱਛਾ ਆ, ਜਿੱਦਾਂ ਓਵਰਵੈਲਮਿੰਗ ਆ ਹਨਾ, ਕਾਫੀ ਸਪੈਸ਼ਲੀ ਬਾਹਰਲੇ ਲੋਕ ਬਹੁਤ ਸਪੋਰਟ ਕਰ ਰਹੇ ਆ ਇਹਦੇ ਲਈ, ਕਿਉਂਕਿ ਆਈ ਥਿੰਕ ਤੁਹਾਨੂੰ, ਮੈਨੂੰ, ਆਪਾਂ ਨੂੰ ਸਾਰਿਆਂ ਨੂੰ ਜਿੱਦਾਂ ਰੋਟੀ ਬਣਾਉਂਦੇ ਹੋਏ, ਝਾੜੂ ਮਾਰਦੇ ਹੋਏ ਕਿ ਸਟਿਲ ਕੁਝ ਸਿੱਖਣਾ ਚਾਹੁੰਦੇ ਆ ਨਾ, ਕਿ ਮਤਲਬ ਘਰ 'ਚ ਰਹਿ ਕੇ ਤੁਸੀਂ ਬਹੁਤ ਜ਼ਿਆਦਾ ਆਪਣਾ ਦਿਮਾਗ ਸਿਰਫ ਘਰ 'ਚ ਹੀ ਰਹਿ ਜਾਂਦਾ ਹੈ ਕਿ ਘਰ 'ਚ ਰਹਿ ਕੇ ਅਸੀਂ ਸਟਿਲ ਕੁਝ ਸਿੱਖ ਸਕਦੇ ਹਾਂ, ਤਾਂ ਉਹਦੇ ਲਈ ਹਾਂਜੀ ਮਤਲਬ ਕਹਿੰਦੇ ਹੁੰਦੇ ਆ ਵੀ ਕਿਤਾਬਾਂ ਗਿਆਨ ਦਾ ਸਾਧਨ ਹੁੰਦੀਆਂ, ਗਿਆਨ ਦਾ ਸੋਰਸਸ ਹੁੰਦੀਆਂ ਨੇ ਹਨਾ ਜੀ। ਬਾਕੀ ਚਲੋ ਫਨ ਵੀ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ, ਤੁਸੀਂ ਕਰਦੇ ਵੀ ਹੋ, ਬਟ ਜਦੋਂ ਕਿਸੇ ਇੱਕ ਸੰਜੀਦਾ ਮੁੱਦਿਆਂ ਦੀ ਜਾਂ ਤੁਸੀਂ ਕੁਝ ਸਿੱਖਦੇ ਹੋ ਤਾਂ ਉਹ ਕਿਤਾਬਾਂ ਹੀ ਆ ਜਿਹੜੀਆਂ ਤੁਹਾਨੂੰ ਐਕਸਪੀਰੀਅੰਸ ਦਿੰਦੀਆਂ ਨੇ ਜਾਂ ਫਿਰ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਨੇ। ਬਹੁਤ ਹੀ ਵਧੀਆ ਉਪਰਾਲਾ ਕੀਤਾ ਗਗਨ ਜੀ ਤੁਸੀਂ, ਤੁਹਾਡੀ ਕਰਕੇ ਪਤਾ ਨਹੀਂ ਕਿੰਨੇ ਲੋਕ ਹੁਣ ਜਿਹੜੇ ਹੈਗੇ ਨੇ ਕਿਤਾਬਾਂ ਨਾਲ ਮੇਰੇ ਵਰਗੇ ਨਹੀਂ ਪੜ੍ਹ ਸਕਦੇ ਕਿਉਂਕਿ ਸਮੇਂ ਦੀ ਘਾਟ ਹੁੰਦੀ ਆ ਨਾ, ਤਾਂ ਐਟਲੀਸਟ ਉਹ ਸੁਣ ਤਾਂ ਸਕਣਗੇ ਨਾ ਕੁਝ ਵੀ ਕਰਦੇ ਹੋਏ। ਇਹ ਪੋਰਟੇਬਲ ਚੀਜ਼ ਹੋ ਗਈ ਹੈ ਕਿ ਤੁਸੀਂ ਕਦੇ ਵੀ ਕਿਧਰੇ ਵੀ ਸੁਣ ਸਕਦੇ ਹੋ ਹਨਾ। ਗਗਨ ਜੀ ਬਹੁਤ ਹੀ ਸੋਹਣਾ ਉਪਰਾਲਾ ਤੁਹਾਡਾ। ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਹਨਾ, ਪਾਕਿਸਤਾਨ ਦੇ ਵਿੱਚ ਗੁਰਮੁਖੀ ਨਹੀਂ ਸ਼ਾਹਮੁਖੀ ਚੱਲਦੀ ਆ ਜੀ। ਪੰਜਾਬ ਦੇ ਵਿੱਚ ਵੀ ਆਪਣੇ 3 ਕਰੋੜ ਪੰਜਾਬੀ ਨੇ, ਪਰ ਸਾਰੇ ਪੜ੍ਹੇ ਲਿਖੇ ਨਹੀਂ ਹੈਗੇ ਹਨਾ, ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ, ਲਿਖਣਾ ਨਹੀਂ ਆਉਂਦਾ, ਸੋ ਸੁਣ ਸਕਦੇ ਨੇ। ਸਭ ਤੋਂ ਵੱਡੀ ਗੱਲ ਮੈਂ ਕਹਿਣਾ ਚਾਹਾਂਗੀ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਇਹ ਐਡਾ ਵੱਡਾ ਉਪਰਾਲਾ ਕੀਤਾ, ਆਪਣੀ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਲਿਖਣਾ ਨਹੀਂ ਆਉਂਦਾ, ਸਮਝ ਸਕਦੇ ਨੇ, ਸੋ ਇਹ ਉਹਨਾਂ ਲਈ ਬਹੁਤ ਜ਼ਿਆਦਾ ਕਾਰਗਰ ਸਾਬਤ ਹੋਵੇਗਾ। ਬਜ਼ੁਰਗਾਂ ਲਈ ਜਿਹੜੇ ਵਿਚਾਰੇ ਬੈਠੇ ਰਹਿੰਦੇ ਨੇ, ਬੋਰ ਹੁੰਦੇ ਨੇ ਹਨਾ, ਐਟਲੀਸਟ ਤੁਸੀਂ ਉਹਨਾਂ ਨੂੰ ਇੱਕ ਬਹੁਤ ਵਧੀਆ ਚੀਜ਼ ਦੇ ਦਿੱਤੀ ਹੈ। ਕੀ ਕਹਿਣਾ ਤੁਹਾਡਾ? ਹਾਂਜੀ ਹਰਜਿੰਦ ਜੀ, ਇਹੀ ਜਿੱਦਾਂ ਆਪਣੇ ਦੋਨਾਂ ਪੰਜਾਬਾਂ ਨੂੰ ਵੱਖ ਤਾਂ ਕਰਤਾ ਹੋਇਆ, ਪਰ ਆਪਾਂ ਦਿਲੋਂ ਵੱਖ ਨਹੀਂ ਹੈਗੇ ਸ਼ਾਇਦ। ਉਹ ਵੀ ਪੰਜਾਬੀ ਬੋਲਦੇ ਆ, ਆਪਾਂ ਵੀ ਪੰਜਾਬੀ ਬੋਲਦੇ ਆ, ਪਰ ਫਰਕ ਇੰਨਾ ਪੈ ਗਿਆ ਕਿ ਉਹਨਾਂ ਦੀ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਤੇ ਸਾਡੀ ਪੰਜਾਬੀ ਉਹਨਾਂ ਨੂੰ ਮਤਲਬ ਲਿਖਤੀ ਰੂਪ ਤੇ ਨਹੀਂ ਸਮਝ ਆਉਂਦੀ। ਤੇ ਹੁਣ ਇਹ ਆਡੀਓ ਬੁੱਕਸ ਦੇ ਨਾਲ ਕੀ ਆ, ਭਾਵੇਂ ਉਧਰਲੀ ਬੁੱਕ ਹੋਵੇ ਭਾਵੇਂ ਇਧਰਲੀ ਹੋਵੇ, ਉਹ ਤੁਹਾਨੂੰ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਕਿਹਾ 3 ਕਰੋੜ ਪੰਜਾਬੀ ਆ, ਪਾਕਿਸਤਾਨ ਦੇ ਵਿੱਚ 12 ਕਰੋੜ ਪੰਜਾਬੀ ਆ ਹਨਾ, 4 ਟਾਈਮਸ ਉਤੋਂ, ਤਾਂ ਉਹ ਹੁਣ 12 ਕਰੋੜ ਆਪਣੀ ਇਧਰਲੀਆਂ ਸਾਰੀਆਂ ਕਿਤਾਬਾਂ ਸੁਣ ਸਕਦੇ ਆ ਜੀ। ਜਿਹੜੇ ਬਾਹਰ ਬੱਚੇ ਆ ਜਿਹੜੇ ਬਾਹਰ ਬੱਚੇ ਆ ਇੱਥੋਂ ਦੇ ਜੰਮਪਲ ਹੈਗੇ ਆ ਹਨਾ, ਉਹਨਾਂ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਤਾਂ ਬਹੁਤ ਔਖੀ ਆ, ਤਾਂ ਉਹ ਐਟਲੀਸਟ ਸੁਣ ਕੇ ਨਾਲ ਜੁੜ ਸਕਦੇ ਆ ਜੀ, ਉਹ ਜਾਣ ਸਕਦੇ ਆ। ਇਹ ਵੀ ਹੈਲਪ ਹੋਊਗੀ ਉਹਨਾਂ ਨੂੰ ਪੰਜਾਬੀ ਸਮਝਣ ਦੇ ਵਿੱਚ ਤੇ ਪੰਜਾਬੀ ਬੋਲਣ ਦੇ ਵਿੱਚ ਵੀ, ਕਿਉਂਕਿ ਆਪਾਂ ਵੀ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਆ, ਆਪਣੀ ਜਦੋਂ ਲਿਸਨਿੰਗ ਆਪਾਂ ਚੰਗੀ ਹੋ ਜਾਂਦੀ ਤਾਂ ਓਬਵੀਅਸਲੀ ਆਪਣੀ ਬੋਲਣਾ ਵੀ ਵਧੀਆ, ਆਪਾਂ ਨੂੰ ਇੰਗਲਿਸ਼ ਆ ਜਾਂਦੀ ਹੈ। ਸੋ ਇਹ ਵੀ ਬਹੁਤ ਵੱਡੀ ਚੀਜ਼ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਬੱਚੇ ਤੁਹਾਡੀ ਇਹ ਆਡੀਏਬਲ ਕਿਤਾਬਾਂ ਨੂੰ ਸੁਣਨਗੇ ਹਨਾ, ਸ਼ਾਇਦ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਬੋਲਣਾ ਵੀ ਬੜਾ ਸੋਹਣਾ ਸ਼ੁਰੂ ਕਰ ਦੇਣਗੇ। ਇਹਦੇ ਨਾਲ ਉਹ ਪੰਜਾਬੀ ਤੋਂ ਟੁੱਟਣ ਦੀ ਬਜਾਏ ਉਹਦੇ ਨਾਲ ਜੁੜਨਗੇ। ਜਿੱਦਾਂ ਤੁਹਾਨੂੰ ਮੈਂ ਦੱਸਣਾ ਚਾਹੂੰਗੀ ਕਿ ਬੱਚਿਆਂ ਦੇ ਲਈ ਆਪਾਂ ਬੁਝਾਰਤਾਂ ਹਨਾ ਕੀਤੀਆਂ ਆ, ਤੇ ਉਹਨਾਂ ਦੀਆਂ ਛੋਟੀਆਂ ਕਿਤਾਬਾਂ ਕੀਤੀਆਂ, ਜਿਵੇਂ ਆਪਾਂ ਕਾਰ ਦੇ ਵਿੱਚ ਜਾ ਰਹੇ ਆ, ਫੈਮਿਲੀ ਜਾ ਰਹੇ ਆ, ਵੈਸੇ ਬੱਚਿਆਂ ਨਾਲ ਟਰੈਵਲ ਕਰਨਾ ਬਹੁਤ ਔਖਾ ਹੈ, ਪਰ ਤੁਸੀਂ ਜਿੱਦਾਂ ਬੁਝਾਰਤਾਂ ਪਲੇ ਕਰ ਲਈਆਂ ਹਨਾ, ਤਾਂ ਉਹ ਤੇ ਆਪਾਂ ਕੁਐਸਚਨ ਪੁੱਛਦੇ ਆ, ਨਾਲੇ ਬੱਚਿਆਂ ਨੂੰ ਆਪਣੀ ਭਾਸ਼ਾ ਦੀ ਹੋਰ ਨੌਲੇਜ ਹੁੰਦੀ ਆ ਵੀ ਜਿਹੜਾ ਆ ਵਰਡ ਆ ਕੀ ਆ ਹਨਾ, ਜਿੱਦਾਂ ਬਹੁਤ ਸ਼ਬਦ। ਸੋ ਬੱਚਿਆਂ ਲਈ ਵੀ ਤੁਸੀਂ ਸਪੈਸ਼ਲ ਸੈਗਮੈਂਟਸ ਰੱਖੇ ਨੇ, ਬੁਝਾਰਤਾਂ ਵਗੈਰਾ, ਕਹਾਣੀਆਂ ਜਿਹੜੇ ਬੱਚਿਆਂ ਦੇ ਨਾਲ ਰਿਲੇਟਡ ਆ, ਬਹੁਤ ਸੋਹਣਾ। ਹੋਰ ਵੀ ਬਹੁਤ ਜ਼ਿਆਦਾ ਆਪਾਂ ਕੰਟੈਂਟ ਲੈ ਕੇ ਆ ਰਹੇ ਹਾਂ ਬੱਚਿਆਂ ਦੇ ਲਈ, ਪਰ ਮੇਰੇ ਖਿਆਲ 'ਚ ਉਹਨਾਂ ਨੂੰ ਬਿਜ਼ੀ ਰੱਖਣ ਦੇ ਲਈ ਜਦੋਂ ਤੁਸੀਂ ਟਰੈਵਲ ਕਰ ਰਹੇ ਆ ਜਾਂ ਰਾਤ ਨੂੰ ਹਨਾ ਪੈਣ ਤੋਂ ਪਹਿਲਾਂ ਉਹਨਾਂ ਨੂੰ ਬੈੱਡ ਟਾਈਮ ਸਟੋਰੀਜ਼, ਜਿੱਦਾਂ ਪਹਿਲਾਂ ਆਪਣੀਆਂ ਨਾਨੀਆਂ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸੀ, ਪਰ ਇੱਥੇ ਤਾਂ ਮਤਲਬ ਇੰਨਾ ਥੱਕੇ ਟੁੱਟੇ ਹੁੰਨੇ ਆ ਰਾਤ ਨੂੰ ਕਿ ਤੁਹਾਨੂੰ ਕੋਈ ਆਪਦੀ ਨਾਨੀ ਦਾਦੀ ਚੇਤੇ ਆ ਜਾਂਦੀ ਹੈ ਕਿ ਕਹਾਣੀਆਂ ਸੁਣਾਉਣੀਆਂ ਤਾਂ ਦੂਰ ਦੀ ਗੱਲ, ਤਾਂ ਕਿ ਫੋਨ ਤੋਂ ਉਹ ਸੁਣ ਸਕਦੇ ਆ ਹਨਾ, ਤੇ ਉਹਨਾਂ ਨੂੰ ਹੋਰ ਕਿਉਰਿਓਸਿਟੀ ਪੈਦਾ ਹੋਊਗੀ। ਕਿਉਂਕਿ ਜਿਵੇਂ ਆਪਾਂ ਗੱਲ ਕਰਦੇ ਆ ਇੱਥੇ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਆਪਸ਼ਨਸ ਅਵੇਲੇਬਲ ਹੈਗੇ ਆ, ਜਿਵੇਂ ਉਹ ਕਾਰਟੂਨਸ ਦੇਖਦਾ, ਇੱਕ ਤਰ੍ਹਾਂ ਨਹੀਂ ਪਤਾ ਨਹੀਂ ਕਿੰਨੇ 100 ਤਰ੍ਹਾਂ ਦੇ ਕਾਰਟੂਨਸ ਆ, ਤਾਂ ਉਹ ਇੰਗਲਿਸ਼ 'ਚ ਕਿਤਾਬਾਂ ਸੁਣਦੇ ਆ, ਪਰ ਜੇ ਆਪਾਂ ਬਰਾਬਰ ਉਹਨਾਂ ਨੂੰ ਆਪਸ਼ਨ ਦਵਾਂਗੇ ਤਾਂ ਸ਼ਾਇਦ ਉਹ ਸਮਝਣਗੇ ਵੀ ਸਾਡੀ ਪੰਜਾਬੀ ਵੀ ਕਿਸੇ ਪੱਖੋਂ ਘੱਟ ਨਹੀਂ ਹੈਗੀ, ਅਸੀਂ ਵੀ ਬਰਾਬਰ ਹੀ ਸਟੈਂਡ ਕਰਦੇ ਆ। ਜੀ ਬਿਲਕੁਲ। ਤਾਂ
ਹਾਂਜੀ ਮੇਰੇ ਖਿਆਲ 'ਚ ਵੀ ਇੰਪੋਰਟੈਂਟ ਹੈਗਾ ਸੀਗਾ ਉਹਨਾਂ ਲੋਕਾਂ ਲਈ ਵੀ ਆਡੀਓ ਬੁੱਕਸ ਕ੍ਰੀਏਟ ਕਰਨਾ। ਜੀ ਗਗਨ ਜੀ, ਬਹੁਤ ਹੀ ਸੋਹਣਾ ਉਪਰਾਲਾ ਹੈ ਤੁਹਾਡਾ। ਤੁਹਾਡੀਆਂ ਗੱਲਾਂ ਬਾਤਾਂ ਤੋਂ ਬਹੁਤ ਚੰਗਾ ਪ੍ਰੋਤਸਾਹਿਤ ਹੋ ਰਹੇ ਨੇ ਸਾਰੇ। ਮੈਨੂੰ ਵੀ ਬਹੁਤ ਚੰਗਾ ਲੱਗ ਰਿਹਾ ਜਿਸ ਤਰੀਕੇ ਨਾਲ ਤੁਸੀਂ ਵਿਆਖਿਆ ਕਰ ਰਹੇ ਹੋ। ਸੋ ਹੋਰ ਕੀ ਕਿਤਾਬਾਂ ਰਾਹੀਂ ਤੁਸੀਂ ਕੀ ਸੰਦੇਸ਼ ਦੇ ਸਕਦੇ ਹੋ, ਕੀ ਫਾਇਦਾ ਹੋ ਸਕਦਾ ਸਾਡੀ ਜਨਰੇਸ਼ਨ ਨੂੰ? ਜੀ ਹਾਂਜੀ ਹਰਜਿੰਦ ਜੀ, ਇਹਦਾ ਇਹ ਆ, ਪਹਿਲਾਂ ਤਾਂ ਜਿੱਦਾਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਜਿਵੇਂ ਆਪਣੇ ਮਾਂ ਪਿਓ ਇੱਥੇ ਆਏ ਹੋਏ ਆ ਹਨਾ ਬਾਹਰ, ਤੇ ਉਹਨਾਂ ਕੋਲੇ ਸਾਰਾ ਦਿਨ ਕੁਝ ਕਰਨ ਨੂੰ ਹੁੰਦਾ ਨਹੀਂ ਆ ਹਨਾ। ਜਿੱਦਾਂ ਆਪਾਂ ਤਾਂ ਆਪਣੀਆਂ ਜੌਬਸ ਤੇ ਚਲੇ ਜਾਂਦੇ ਆ, ਉਹ ਵੀ ਕਿਤਾਬਾਂ ਸੁਣ ਸਕਦੇ ਆ, ਆਪਣੇ ਬੱਚੇ ਇੱਥੇ ਸੁਣ ਸਕਦੇ ਆ। ਤੇ ਮੈਨੂੰ ਇਹ ਲੱਗਦਾ ਆ ਕਿ ਸੁਣਨ ਦੇ ਨਾਲ ਨਾਲ ਜਦੋਂ ਤੁਹਾਨੂੰ ਸੁਣ ਕੇ ਕੋਈ ਚੀਜ਼ ਚੰਗੀ ਲੱਗਦੀ ਆ ਤਾਂ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਉਹਦੇ ਬਾਰੇ। ਸੁਣਨ ਦੇ ਨਾਲ ਨਾਲ ਹੋ ਸਕਦਾ ਉਹ ਪੜ੍ਹਨੀ ਤੇ ਲਿਖਣੀ ਵੀ ਚਾਹਣ ਹਨਾ, ਕਿ ਮਤਲਬ ਸਾਨੂੰ ਹੋਰ ਨੌਲੇਜ ਹੋਵੇ। ਤੇ ਮੈਨੂੰ ਲੱਗਦਾ ਕਿ ਆਪਾਂ ਮਤਲਬ ਹੋਰ ਮਤਲਬ ਪੰਜਾਬੀ ਤੋਂ ਦੂਰ ਹੋਣ ਦੀ ਬਜਾਏ ਖਿੱਚ ਰਹੇ ਆ ਪੰਜਾਬੀ ਵੱਲ, ਤੇ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਹੋਰ ਨੌਲੇਜ ਹੋ ਸਕਦੀ ਆ। ਜੀ ਤੇ ਤੁਸੀਂ ਆਪਣੇ ਪੇਜ ਤੇ ਕੁਝ ਲੋਕਾਂ ਨੂੰ ਦੱਸਦੇ ਹੋ ਆਪਣੀ ਇਸ ਉਪਰਾਲੇ ਬਾਰੇ ਕਿ ਮੈਂ ਐਪ ਲੈ ਕੇ ਆ ਰਹੀ ਹਾਂ, ਕਿਉਂਕਿ ਇੰਡੋਸ ਟੀਵੀ ਰਾਹੀਂ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਸੰਦੇਸ਼ ਚਲੇ ਹੀ ਜਾਏਗਾ, ਪਰ ਤੁਸੀਂ ਆਪਣੇ ਵੱਲੋਂ ਕੁਝ ਇਦਾਂ ਦਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਹੋਇਆ ਕਿ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਦੱਸਿਆ ਜਾਵੇ ਕਿ ਮੈਂ ਆਹ ਉਪਰਾਲਾ ਕੀਤਾ ਤੇ ਤੁਸੀਂ ਇਸ ਚੀਜ਼ ਦੇ ਨਾਲ ਜੁੜੋ? ਹਾਂਜੀ ਹਰਜਿੰਦ ਜੀ, ਆਪਣਾ ਫੇਸਬੁੱਕ ਪੇਜ ਵੀ ਬਣਿਆ ਹੋਇਆ ਵਿਰਾਸਤ ਦੇ ਨਾਮ ਤੇ ਬਾਕੀ ਆਪਾਂ ਪੇਡ ਐਡਸ ਵੀ ਹਨਾ ਪਲੇ ਕਰਦੇ ਆ ਕਿ ਜਿਹੜੇ ਲੋਕ ਦੇਖਦੇ ਆ, ਫੇਸਬੁੱਕ ਯੂਜ਼ ਕਰਦੇ ਆ, ਇੰਸਟਾਗ੍ਰਾਮ ਯੂਜ਼ ਕਰਦੇ ਆ, ਉਹ ਦੇਖ ਸਕਦੇ ਆ ਜੀ। ਤੇ ਬਾਕੀ ਮੇਰੇ ਖਿਆਲ 'ਚ ਜਿਹੜੇ ਰਾਈਟਰਸ ਹੈਗੇ ਆ, ਜਿਹੜਾ ਇਹ ਲਿਟਰੇਚਰ ਵਰਗ ਹੈਗਾ ਆ, ਉਹ ਵੀ ਆਪਣੇ ਨਾਲ ਜੁੜੇ ਹੋਇਆ, ਸਪੋਰਟ ਕਰ ਰਹੇ ਆ, ਤੇ ਉਹ ਵੀ ਆਪਣੇ ਪੇਜਸ ਤੇ ਲੋਕਾਂ ਨੂੰ ਇਨਫੋਰਮੇਸ਼ਨ ਦੇ ਰਹੇ ਆ ਕਿ ਐਵੇਂ ਦਾ ਕੋਈ ਕਨਸੈਪਟ ਆਇਆ ਆ ਕਿ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਜ਼ਰੂਰ ਇਹਨੂੰ ਸੁਣੋ। ਜਦੋਂ ਤੁਸੀਂ ਇਹ ਸਾਰਾ ਕੁਝ ਸੋਚ ਰਹੇ ਸੀ, ਕਈ ਵਾਰੀ ਫਰੈਂਡਸ ਤੁਹਾਡੇ ਹੁੰਦੇ ਨੇ, ਕਹਿੰਦੇ ਨੇ ਕਿ ਯਾਰ ਨਾ 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 ਕਰੀ, ਐਵੇਂ ਹੀ ਹੈ ਤਾਂ ਤੇਰਾ ਅੱਗੇ ਜਾ ਕੇ ਚੱਲਣਾ ਹੈ ਨਹੀਂ ਹਨਾ, ਕਿਹੜੇ ਪਾਸੇ ਪੈ ਕੇ ਆਪਣੀ ਜੌਬ ਕਰ, ਪੈਸੇ ਬਣਾ ਜੀ, ਕੁਝ ਅਜਿਹਾ ਡਿਮੋਰਲਾਈਜ਼ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ? ਹਾਂਜੀ ਹਰਜਿੰਦ ਜੀ, ਹੁੰਦਾ ਆ, ਸਾਰਿਆਂ ਨਾਲ ਹੀ ਹੁੰਦਾ ਆ, ਪਰ ਮੇਰੇ ਨਾਲ ਥੋੜਾ ਜਿਹਾ ਘੱਟ ਹੋਇਆ। ਉਹਦਾ ਕਾਰਨ ਇਹ ਆ ਕਿ ਮੇਰੇ ਬਹੁਤ ਜ਼ਿਆਦਾ ਫਰੈਂਡਸ ਨਹੀਂ ਹੈਗੇ। ਮਤਲਬ ਮੈਂ ਬਹੁਤ ਜ਼ਿਆਦਾ ਜਿੱਦਾਂ ਪਾਰਟੀਜ਼ 'ਚ ਜਾਣਾ ਜਾਂ ਫੰਕਸ਼ਨਸ ਤੇ ਜਾਣਾ ਘੱਟ ਪਸੰਦ ਕਰਦੀ ਹਾਂ। ਮੈਨੂੰ ਉਹ ਚੀਜ਼ਾਂ ਕਰਦੇ ਰਹਿਣਾ ਚੰਗਾ ਲੱਗਦਾ ਜਿੱਥੋਂ ਮੈਂ ਕੁਝ ਸਿੱਖਦੀ ਹੋਵਾਂ ਨਾ ਜੀ। ਤੇ ਪਾਰਟੀ ਤੇ ਜਾਣ ਦੀ ਬਜਾਏ ਮੈਂ ਆਪਣੇ ਪਰਿਵਾਰ ਨਾਲ ਘਰੇ ਬੈਠ ਕੇ ਥੋੜਾ ਟਾਈਮ ਬਿਤਾਉਣਾ ਜ਼ਿਆਦਾ ਪਸੰਦ ਕਰਦੀ ਹਾਂ। ਤਾਂ ਕਰਕੇ ਬਾਕੀ ਮੈਂ ਇਹ ਚੀਜ਼ ਮੰਨਦੀ ਹਾਂ, ਮੈਂ ਜਿੱਦਾਂ ਬਹੁਤ ਕਿਤਾਬਾਂ ਪੜ੍ਹਦੀ ਸੁਣਦੀ ਜ਼ਿਆਦਾ ਹੈ ਐਕਚੁਅਲੀ, ਤਾਂ ਉਹਦੇ ਤੋਂ ਇਹ ਚੀਜ਼ ਜ਼ਰੂਰ ਸਿੱਖੀ ਹੈ ਕਿ ਜੇ ਤੁਸੀਂ ਕੁਛ ਵੀ ਕਰਨਾ ਆ ਨਾ, ਤੁਹਾਡੇ ਬਾਹਰ ਵਾਲੇ ਲੋਕ ਤੁਹਾਨੂੰ ਬਹੁਤ ਮਨਾ ਕਰਨਗੇ, ਪਰ ਕੀ ਕਰਨਾ ਹੈ ਕਿ ਨਹੀਂ ਕਰਨਾ ਉਹ ਤੁਹਾਡਾ ਇਹ ਡਿਸਾਈਡ ਕਰੂਗਾ। ਸਹੀ ਗੱਲ ਹੈ ਜੀ, ਬਿਲਕੁਲ। ਤੇ ਜੇ ਤੁਸੀਂ ਲੋਕਾਂ ਦੀ ਸੁਣੋਗੇ ਤਾਂ ਫਿਰ ਨਹੀਂ ਕੁਛ ਕਰ ਸਕਦੇ। ਤਾਂ ਮੈਂ ਜਿੱਦਾਂ ਉਹ ਅੰਨਾ ਤੇ ਬੋਲਾ ਡੱਡੂ ਬਣ ਕੇ ਬਸ ਮਤਲਬ ਚੜੀ ਗਈ ਹਾਂ ਦਰਖਤ ਤੇ, ਕਿ ਮੈਨੂੰ ਸਿਰਫ ਐਪਰੀਸੀਏਸ਼ਨ ਹੀ ਦਿਖਾਈ ਦਿੰਦੀ ਆ। ਨੋ ਡਾਊਟ ਜੇ ਕੋਈ ਗਲਤੀ ਹੁੰਦੀ ਆ ਸਾਨੂੰ ਜ਼ਰੂਰ ਦੱਸੋ, ਆਪਾਂ ਉਹਨੂੰ ਇੰਪਰੂਵ ਕਰਾਂਗੇ ਹੋਰ, ਪਰ ਆ ਇੰਪੋਸੀਬਲ ਵਾਲੀ ਗੱਲ ਤੇ ਆ ਹੋਣਾ ਨਹੀਂ ਵਾਲੀ ਗੱਲ ਤੇ ਮੈਂ ਵਿਸ਼ਵਾਸ ਨਹੀਂ ਕਰਦੀ ਜੀ। ਪੈਰੈਂਟਸ ਦਾ ਫਿਰ ਕਿਸ ਤਰੀਕੇ ਦਾ ਤੁਹਾਡੇ ਪ੍ਰਤੀ ਰਿਹਾ ਕਿ ਸਾਡੀ ਬੇਟੀ ਜਿਹੜੀ ਹੈਗੀ ਬਹੁਤ ਸੋਹਣਾ ਉਪਰਾਲਾ ਕਰ ਰਹੀ ਹੈ, ਖਾਸ ਕਰਕੇ ਤੁਹਾਡੇ ਸੱਸ ਸਹੁਰਾ? ਟੂ ਬੀ ਓਨੈਸਟ, ਮੇਰੇ ਸੱਸ ਸਹੁਰਾ ਬਹੁਤ ਸਪੋਰਟਿਵ ਰਹੇ ਆ, ਸਪੈਸ਼ਲੀ ਮੇਰੀ ਸੱਸ ਮਤਲਬ ਮੰਮੀ ਹਨਾ, ਸੱਸ ਕਹਿਣਾ ਥੋੜਾ ਉਹ ਲੱਗਦਾ ਆ। ਤਾਂ ਮੰਮੀ ਇੱਥੇ 2-3 ਸਾਲ ਰਹਿ ਕੇ ਗਏ ਆ, ਤੇ ਮੈਂ ਸਾਰਾ ਦਿਨ ਕੰਪਿਊਟਰ ਤੇ ਆਪਣਾ ਕੰਮ ਕਰਦੀ ਸੀ। ਮੰਮੀ ਨੇ ਮੈਨੂੰ ਕਦੇ ਵੀ ਨਹੀਂ ਕਿਹਾ ਕਿ ਤੂੰ ਕੀ ਕਰ ਰਹੀ ਆ ਜਾਂ ਕਿੱਦਾਂ ਨਹੀਂ, ਜਾਂ ਮਤਲਬ ਕਿਚਨ 'ਚ ਕੰਮ ਕਰਾਵੇ ਨਾ ਕੁਛ ਵੀ। ਤਾਂ ਜਿਵੇਂ ਮਾਂ ਪਿਓ ਦੇ ਸਿਰ ਤੇ ਐਸ਼ ਕੀਤੀ ਹੈ ਨਾ, ਤਾਂ ਮੈਂ ਮੰਮੀ ਦੇ ਸਿਰ ਤੇ ਬਹੁਤ ਐਸ਼ ਕੀਤੀ ਹੈ ਕਿ ਜਦੋਂ ਮੰਮੀ ਹੁੰਦੇ ਸੀ ਬੱਚਿਆਂ ਦੀ ਕੋਈ ਟੈਨਸ਼ਨ ਨਹੀਂ ਆ, ਕੰਮ ਕਾਰ ਆਪਦਾ ਮਤਲਬ ਸਾਰਾ ਦਿਨ ਮੈਂ ਆਪਣਾ 100% ਦੇ ਸਕਦੀ ਸੀ। ਤੁਹਾਡੇ ਪਰਿਵਾਰ ਨੇ ਤੁਹਾਡੀ ਪੂਰੀ ਸਹਿਯੋਗ ਦਿੱਤਾ, ਤੁਹਾਡੀ ਪੂਰੀ ਸਪੋਰਟ ਕੀਤੀ, ਇਸੇ ਕਰਕੇ ਤੁਸੀਂ ਇਸ ਚੀਜ਼ ਨੂੰ ਕਾਮਯਾਬੀ ਵੱਲ ਲੈ ਕੇ ਜਾ ਚੁੱਕੇ ਹੋ। ਤੇ ਤੁਹਾਡੇ ਹਸਬੈਂਡ ਵੱਲੋਂ ਹੁਣ ਪੂਰੀ ਸਪੋਰਟ ਕਰਨ ਦੀ ਅੱਗੇ ਵੀ ਗੱਲ ਕੀਤੀ ਜਾ ਰਹੀ ਹੈ ਕਿ ਕੋਈ ਚੱਕਰ ਨਹੀਂ ਹੈ, ਮੈਂ ਤੇਰੇ ਨਾਲ ਆ? ਹਾਂਜੀ, ਉਹ ਤਾਂ ਮਤਲਬ ਮੈਂ ਬਹੁਤ ਲੱਕੀ ਆ ਇਹ ਚੀਜ਼ ਤੋਂ 100%। ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਜੇ ਮੈਨੂੰ ਵਿਸ਼ਵਾਸ ਆ ਕਿ ਇਹ ਚੀਜ਼ ਹੋ ਸਕਦੀ ਹੈ, ਤਾਂ ਉਹ ਕਹਿੰਦੇ ਕਿ ਮੈਨੂੰ ਤੇਰੇ 'ਚ 100% ਵਿਸ਼ਵਾਸ ਆ ਕਿ ਜੋ ਵੀ ਹੋਊਗਾ ਵਧੀਆ ਹੋਊਗਾ ਤੇ ਤੁਸੀਂ ਮਨ ਲਾ ਕੇ ਕਰੋ। ਇਨਫੈਕਟ ਮੈਂ ਥੋੜੇ ਜਿਹੇ ਦਿਨ ਪਹਿਲਾਂ, ਜਿਵੇਂ ਆਪਾਂ ਥੋੜਾ ਸਟ੍ਰੈਸਡ ਆਊਟ ਹੋ ਜਾਂਦੇ ਆ ਨਾ ਕਿ ਕਿੱਦਾਂ ਚੱਲ ਰਿਹਾ, ਸ਼ਾਇਦ ਕਿਉਂਕਿ 2 ਸਾਲ ਹੋ ਗਏ ਮੈਂ ਕੰਮ ਨਹੀਂ ਕਰ ਰਹੀ, ਤੇ ਇੱਥੇ ਤਾਂ ਉਹ ਥੋੜੀ ਜੀ ਚੰਗੀ ਜੀ ਚੀਜ਼ ਨਹੀਂ ਆ ਕਿ ਇੱਕ ਹੀ ਬੰਦਾ ਘਰ ਦਾ ਖਰਚਾ ਚਲਾ ਰਿਹਾ ਆ। ਤੇ ਮੈਂ ਥੋੜੇ ਦਿਨ ਪਹਿਲਾਂ ਮੈਂ ਜੌਬਸ ਅਪਲਾਈ ਕੀਤੀਆਂ, ਤੇ ਮੈਨੂੰ 1-2 ਜਗ੍ਹਾ ਤੋਂ ਇੰਟਰਵਿਊ ਦਾ ਕਾਲ ਆ ਗਈ। ਤਾਂ ਮੈਂ ਰਾਜਵੀਰ ਨੂੰ ਪੁੱਛਿਆ, ਮੈਂ ਕਿਹਾ ਕਿ ਮੈਂ ਜੌਬ ਕਰ ਲਵਾਂ?
ਕਹਿੰਦੇ ਕਿਉਂ ਜੌਬ ਕਰਨੀ ਆ? ਤਾਂ ਮੈਂ ਕਿਹਾ ਕਿ ਮੈਂ ਮਤਲਬ ਬੋਝ ਜਾਣੀ ਬਣ ਕੇ ਰਹਿਣਾ ਚਾਹੁੰਦੀ, ਕਿਉਂਕਿ ਇਹ ਨੀਗਾ ਕਿ ਮੈਂ ਜੌਬ ਨਹੀਂ ਕਰ ਰਹੀ, ਇਹ ਆ ਕਿ ਪੈਸੇ ਲੱਗ ਵੀ ਬਹੁਤ ਰਹੇ ਆ। ਤਾਂ ਉਹਨਾਂ ਦਾ ਜਵਾਬ ਸੀਗਾ ਕਿ ਜਿਹੜੀ ਚੀਜ਼ ਚੁਣੀ ਆ ਤੁਸੀਂ ਉਹਦੇ ਤੇ 100% ਫੋਕਸ ਕਰੋ। ਇਹਦੇ 'ਚ ਕਹਿੰਦੇ ਕਿ ਹੁਣ ਬਹੁਤ ਲੋਕਾਂ ਨੂੰ ਆਪਾਂ ਉਮੀਦਾਂ ਦੇ ਚੁੱਕੇ ਆ, ਤੇ ਮੈਂ ਨਹੀਂ ਚਾਹੁੰਦਾ ਕਿ ਹੁਣ ਉਹ ਉਮੀਦਾਂ ਤੇ 1% ਵੀ ਘੱਟ, ਮਤਲਬ 101% ਖਰਾ ਉਤਰਨਾ ਆ। ਤੇ ਤੁਸੀਂ ਆਪਦਾ ਜਿਹੜਾ ਫੋਕਸ ਆ 100% ਉੱਤੇ ਰੱਖੋ। ਪੈਸੇ ਮੈਂ ਜਿੱਦਾਂ ਮਰਜ਼ੀ ਅਰੇਂਜ ਕਰਕੇ ਦਊਂਗਾ, ਉਹ ਮੈਂ ਕਰੂੰਗਾ, ਬਟ ਤੁਸੀਂ ਕੰਮ ਨਹੀਂ ਛੱਡਿਓ ਜੀ। ਤਾਂ ਗਗਨ ਜੀ, ਤੁਸੀਂ ਬਹੁਤ ਹੀ ਤੁਹਾਡੀ ਪੋਜ਼ਿਟਿਵ ਸੋਚ ਹੈ ਤੇ ਤੁਹਾਡੇ ਪੈਰੈਂਟਸ ਕਹਿ ਲਓ, ਤੁਹਾਡੀ ਪੂਰਾ ਪਰਿਵਾਰ, ਖਾਸ ਕਰਕੇ ਤੁਹਾਡੇ ਜੀਵਨ ਸਾਥੀ ਤੁਹਾਡੀ ਪੂਰੀ ਹੈਲਪ ਕਰਦੇ ਨੇ, ਤੇ ਫਿਰ ਹੁਣ ਡੈਡੀਕੇਸ਼ਨ ਪੂਰੀ ਵਿਰਾਸਤ ਨੂੰ ਦੇਣੀ ਹੈ ਇਨ ਫਿਊਚਰ? ਜੀ ਹਾਂਜੀ, ਮੈਂ 200% ਵਿਰਾਸਤ ਤੇ ਆ। ਮੇਰੀ ਬਹੁਤ ਕੋਸ਼ਿਸ਼ ਆ ਕਿ ਜਿਵੇਂ ਆਪਣੇ ਜਿੱਦਾਂ ਇੱਕ ਰਾਜਵੀਰ ਦੇ ਫਰੈਂਡ ਆ, ਉਹਨਾਂ ਦਾ ਫੋਨ ਆਇਆ ਸੀਗਾ, ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਐਪ ਆਪਣੀ ਆ ਨਾ। ਉਹ ਵੈਸੇ ਹੀ ਗੱਲ ਕਰ ਰਹੇ ਸੀ, ਆਈ ਥਿੰਕ 2-3 ਸਾਲ ਬਾਅਦ ਗੱਲ ਹੋਈ ਉਹਨਾਂ ਦੀ। ਤਾਂ ਉਹਨਾਂ ਨੇ ਵੈਸੇ ਪੁੱਛਿਆ ਕਿ ਮਤਲਬ ਭਾਬੀ ਕੀ ਕਰਦੇ ਆ ਕੰਮ? ਤਾਂ ਰਾਜਵੀਰ ਕਹਿੰਦੇ ਬਸ ਐਪ ਤੇ ਹੀ ਕੰਮ ਕਰਦੇ ਆ, ਵਿਰਾਸਤ ਤੇ। ਤਾਂ ਉਹਨੇ ਮਤਲਬ ਜਿਵੇਂ ਕੁੜੀਆਂ ਚੀਕ ਮਾਰਦੀਆਂ ਹੁੰਦੀਆਂ ਨਾ, ਅੱਛਾ ਇਹ ਤੁਹਾਡੀ ਐਪ ਆ? ਉਹ ਕਹਿੰਦੇ ਹਾਂਜੀ। ਤਾਂ ਉਹਨੇ ਸਪੈਸ਼ਲੀ ਮੇਰੇ ਨਾਲ ਗੱਲ ਕੀਤੀ, ਕਹਿੰਦਾ ਕਿ ਭਾਬੀ ਤੁਹਾਨੂੰ ਮੇਰੀ ਵੀ ਉਮਰ ਲੱਗ ਜੇ, ਸਾਡੀ ਸਾਰਿਆਂ ਦੀ ਲੱਗ ਜੇ, ਕਿਉਂਕਿ ਅਸੀਂ ਬਹੁਤ ਇੰਜੋਏ ਕਰ ਰਹੇ ਆ। ਉਹ ਟਰੱਕ ਡਰਾਈਵ ਕਰਦੇ ਆ ਤੇ ਕਹਿੰਦੇ ਕਿ ਅਸੀਂ 5-7 ਫਰੈਂਡ ਕਾਨਫਰੰਸ ਕਾਲ ਜਿੱਦਾਂ ਕਰਦੇ ਹਨਾ, ਡਰਾਈਵ ਕਰਦੇ। ਪਹਿਲਾਂ ਅਸੀਂ ਕਦੇ ਕਿਹਦੀ ਗੱਲ ਕਰਨੀ, ਕਦੇ ਕਿਹਦੀ, ਕਹਿੰਦੇ ਹੁਣ ਅਸੀਂ ਹਮੇਸ਼ਾ ਇਹ ਗੱਲ ਕਰੀਦੀ ਆ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਵਾਲੀ ਬੁੱਕ ਇੰਨੀ ਸੁਣ ਲਈ, ਮੈਂ ਆਹ ਵਾਲੀ ਇੰਨੀ ਸੁਣ ਲਈ, ਤੂੰ ਕਿਹੜੇ ਚੈਪਟਰ ਤੇ ਆ, ਕਿ ਸਾਡੀ ਕਨਵਰਸੇਸ਼ਨ ਚੇਂਜ ਹੋ ਗਈ ਬਿਲਕੁਲ। ਤੇ ਮੈਨੂੰ ਮਤਲਬ ਬਹੁਤ ਖੁਸ਼ੀ ਹੋਈ ਉਦੋਂ, ਤੇ ਮੈਨੂੰ ਲੱਗਾ ਕਿ ਸਹੀ ਰਾਹ ਤੇ ਚੱਲ ਰਹੇ ਆ, ਬਸ ਤੁਰਦੇ ਰਹਿਣਾ ਆ। ਚਲੋ ਪਰਮਾਤਮਾ ਕਰੇ ਜੀ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਤੇ ਜੋ ਤੁਹਾਡਾ ਮਿਸ਼ਨ ਹੈ ਉਹ ਹਮੇਸ਼ਾ ਕਾਮਯਾਬ ਰਹੇ। ਕੋਈ ਸੰਦੇਸ਼ ਜੀ ਜਾਂਦੇ ਸਾਡੇ ਦਰਸ਼ਕਾਂ ਨੂੰ ਜਿਹੜਾ ਕਹਿਣਾ ਚਾਹੋ ਤੁਸੀਂ? ਜੀ ਹਾਂਜੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਨੂੰ ਵੱਖਰੇ ਮੁਕਾਮ ਤੇ ਲੈ ਕੇ ਜਾਣਾ ਜਾਂ ਹੋਰ ਉਚਾਈਆਂ ਤੇ ਲੈ ਕੇ ਜਾਣਾ। ਆਲਦੋ ਪੰਜਾਬੀ ਪਹਿਲਾਂ ਹੀ ਬਹੁਤ ਥਾਵਾਂ ਤੇ ਹੈਗੀ ਆ ਹਨਾ, ਪਰ ਇਹ ਸਿਰਫ ਮੇਰੀ ਹੀ ਜ਼ਿੰਮੇਵਾਰੀ ਨਹੀਂ ਆ, ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਆ। ਤੇ ਕਿਤਾਬਾਂ ਸੁਣਨ ਦੇ ਨਾਲ ਹਰ ਇੱਕ ਦੀ ਨੌਲੇਜ ਵਿੱਚ ਵਾਧਾ ਹੋਊਗਾ, ਹਰ ਇੱਕ ਜਾਣੇ ਨੂੰ ਬਹੁਤ ਨੌਲੇਜ ਮਿਲੂਗੀ, ਬਹੁਤ ਕੁਝ ਸਿੱਖਾਂਗੇ। ਤੇ ਜਿਹੜੇ ਲੇਖਕਾਂ ਨੇ ਆਪਣੇ ਐਕਸਪੀਰੀਅੰਸ ਮਤਲਬ ਜ਼ਿੰਦਗੀ ਜਿਉਂ ਕੇ ਇੰਨੇ ਸਾਲ ਲਿਖੇ ਆ, ਉਹ ਆਪਾਂ ਨੂੰ ਸਿਰਫ ਆਈ ਥਿੰਕ 5-6 ਘੰਟੇ ਪੜ੍ਹ ਕੇ ਆਪਾਂ ਉਹ ਨਵੇਂ ਨਿਚੋੜ ਕੱਢ ਸਕਦੇ ਆ। ਤੇ ਮੇਰੇ ਖਿਆਲ 'ਚ ਕਿਤਾਬਾਂ ਬਹੁਤ ਵਧੀਆ ਸਾਥੀ ਹੁੰਦੀਆਂ ਆ। ਮੇਰੀ ਰਿਕੁਐਸਟ ਆ ਸਾਰੇ ਜਾਣੇ ਪੜ੍ਹਨਾ ਸ਼ੁਰੂ ਕਰ ਦਿਓ। ਥੈਂਕ ਯੂ ਗਗਨ ਜੀ, ਇੰਡਸਟਰੀ ਵਿੱਚ ਆਉਣ ਲਈ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਪਰਿਵਾਰ ਦੇ ਨਾਲ ਜਲਦ ਮੁਲਾਕਾਤ ਹੋਵੇਗੀ, ਤਦ ਤੱਕ ਲਈ ਰੱਬ ਰਾਖਾ।